ਆਸਟ੍ਰੇਲੀਆ ਦੇ ਵਰਕ ਪਰਮਿਟ ਦੀ ਅੱਜਕੱਲ ਚਰਚਾ ਹੋ ਰਹੀ ਹੈ, ਤੁਸੀਂ ਉਹਦੇ 'ਚ ਡੀਲ ਨਹੀਂ ਦੇਖੋ ਉਹਦੇ 'ਚ ਮੈਂ ਉਹੀ ਕਹੂੰਗਾ ਜੀ, ਗੱਲ ਤਾਂ ਉਹਨਾਂ ਲਈ ਹੈ ਜਿਨ੍ਹਾਂ ਨੇ ਪੈਸੇ ਕਮਾਣੇ ਆ। ਕਿਸੇ ਤੋਂ 50,000 ਲੈ ਲਿਆ, 20,000 ਲੈ ਲਿਆ, ਸਿਰਫ ਜੇਬ 'ਚੋਂ ਪੈਸੇ ਲਾਣੇ ਆ, ਤਾਂ ਉਹਦੀ ਸਕਸੈਸ ਰੇਟ ਬਹੁਤ ਘੱਟ ਹੈ। ਵਰਕ ਹੋਲੀਡੇ ਵੀਜ਼ਾ ਦੇ ਹਾਲੇ ਰਿਜ਼ਲਟ ਨਹੀਂ ਆ ਰਹੇ ਵਧੀਆ। ਆਸਟ੍ਰੇਲੀਆ ਨੇ ਇੱਕ ਚੀਜ਼ ਸਪਸ਼ਟ ਕਰਤੀ ਹੈ, ਜੇ ਤੁਸੀਂ ਫੰਡ ਨਹੀਂ ਲਾਓਗੇ ਤੁਹਾਡਾ ਵੀਜ਼ਾ ਰਿਫਿਊਜ਼ ਹੈ। ਚਾਹੇ ਤੁਹਾਡਾ ਯੂਨੀਵਰਸਿਟੀ ਲੈਵਲ 1 ਹੈ, 2 ਹੈ, 3 ਹੈ, ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਆਪਾਂ ਨੂੰ ਫੰਡ ਲਗਾਉਣੇ ਪੈਣਗੇ। ਆਸਟ੍ਰੇਲੀਆ ਸਿੰਗਲ ਬੱਚਾ ਜਾ ਰਿਹਾ ਤਾਂ 25 ਲੱਖ ਰੁਪਏ ਸ਼ੋ ਕਰਨਾ ਪੈਂਦਾ ਹੈ, ਤੇ ਜੇਕਰ ਸਪਾਊਸ ਦੇ ਨਾਲ 30 ਲੱਖ ਰੁਪਏ, ਜੇ ਬੇਬੀ ਦੇ ਨਾਲ 3-4 ਲੱਖ ਰੁਪਏ ਹੋਰ ਐਡ ਹੋ ਜਾਂਦਾ ਹੈ। ਦੇਖੋ ਪੋਸਟਪੋਨ ਐਸੀ ਲੋਕਾਂ ਨੂੰ ਕਿ ਹਰ ਬੱਚੇ ਦਾ ਵੀਜ਼ਾ ਆਊਗਾ ਜੀ, 2 ਸਾਲ ਹੋ ਗਏ ਹੁੰਦਾ ਆਸਟ੍ਰੇਲੀਆ ਨੇ ਕਿਸੇ ਨੂੰ ਵੀਜ਼ਾ ਨਹੀਂ ਦਿੱਤਾ, ਹੁਣ ਧੜਾ ਵੀਜ਼ੇ ਡਿੱਗਣਗੇ। ਉਹ ਨਹੀਂ ਹੋਇਆ। ਜੇ ਤੁਹਾਡੀ ਡਾਕੂਮੈਂਟ ਸਹੀ ਹੈ, ਸਾਰਾ ਕੁਝ ਸਹੀ ਹੈ, ਤੁਹਾਨੂੰ ਵੀਜ਼ੇ ਮਿਲੇ ਆ ਤੇ ਉਵੇਂ ਹੀ ਮਿਲੇ ਜਿਵੇਂ ਪਹਿਲਾਂ ਮਿਲਦੇ ਸੀ। ਜੇ ਤੁਹਾਡੇ ਫੇਕ ਫੰਡ ਹੈ ਤਾਂ ਤੁਸੀਂ ਆਸਟ੍ਰੇਲੀਆ ਦੀ ਫਾਈਲ ਨਾਲ ਲਵਾਈਓ, ਤੁਹਾਡਾ ਬੈਨ ਹੋ ਜਾਊਗਾ, ਕਰੀਅਰ ਖਰਾਬ ਹੋ ਜਾਊਗਾ। ਫਿਰ ਕੋਈ ਅਕਾਊਂਟੇਬਿਲਟੀ ਨਹੀਂ ਏਜੰਟ ਦੀ, ਹੋ ਗਿਆ ਰਿਫਿਊਜ਼ ਤਾਂ ਹੋ ਗਿਆ। ਦੇਖੋ ਬੈਨ ਹੋ ਗਿਆ ਤਾਂ ਹੋ ਗਿਆ। ਅਕਾਊਂਟੇਬਿਲਟੀ ਏਜੰਟ ਦੀ ਹੈ, ਬੱਚੇ ਨੂੰ ਸੋਚਣਾ ਪਊਗਾ। ਤੇ ਏਜੰਟ ਰਿਫਿਊਜ਼ਲ ਵੀ ਚੇਂਜ ਕਰ ਦਿੰਦੇ ਆ। ਏਜੰਟ ਨੇ ਉਹਨੂੰ ਦੱਸਿਆ ਨਹੀਂ, ਜੋ ਦੁਬਾਰਾ ਫਾਈਲ ਲੱਗੂਗੀ ਰਿਫਿਊਜ਼ ਹੋਊਗਾ, ਫਿਰ ਉਹਨੂੰ ਪਤਾ ਲੱਗੂਗਾ ਮੇਰਾ ਆਲਰੇਡੀ ਰਿਫਿਊਜ਼ ਸੀਗਾ। ਸਪਾਊਸ ਮੇਨ ਆਸਟ੍ਰੇਲੀਆ ਦਾ ਹੀ ਬੈਨੀਫਿਟ ਹੈ ਕਿ ਸਪਾਊਸ ਮੀਆਂ ਬੇਬੀ ਬੱਚੇ ਦੇ ਨਾਲ ਇਕੱਠੇ ਜਾ ਸਕਦੇ ਆ, ਪਹਿਲੇ ਦਿਨ ਜਾ ਸਕਦੇ ਆ। ਕਰੋਨਾ ਤੋਂ ਬਾਅਦ ਲੋਕਾਂ ਨੇ ਸੋਚਿਆ ਸੀ ਕਿ ਆਸਟ੍ਰੇਲੀਆ ਤੇ ਬਾਕੀ ਕੰਟਰੀਜ਼ ਵੀਜ਼ੇ ਦੇ ਮੁਤਲਕ ਖੁੱਲ ਜਾਣਗੀਆਂ, ਧੜਾ ਵੀਜ਼ੇ ਆਉਣਗੇ, ਪਰ ਆਸਟ੍ਰੇਲੀਆ ਦੇ ਵਿੱਚ ਉਸ ਪੱਧਰ ਤੇ ਲੋਕਾਂ ਦੇ ਵੀਜ਼ੇ ਨਹੀਂ ਆਏ। ਇਸ ਦੇ ਉੱਤੇ ਸਵਾਲ ਬਣਿਆ ਕਿ ਆਖਰ ਹੋਇਆ ਕੀ। ਜਵਾਬ ਦੇ ਵਿੱਚ ਬਹੁਤ ਸਾਰਿਆਂ ਦਾ ਕਹਿਣਾ ਸੀ ਕਿ ਫੰਡ ਦੀ ਦਿੱਕਤ ਹੈ। ਕਿਸੇ ਨੇ ਕਿਹਾ ਕਿ ਵੀਜ਼ੇ ਆਉਣ 'ਚ ਦਿੱਕਤ ਨਹੀਂ ਹੈ, ਫਾਈਲਾਂ ਠੀਕ ਤਰ੍ਹਾਂ ਨਹੀਂ ਲੱਗ ਰਹੀਆਂ। ਕਈਆਂ ਨੇ ਕਿਹਾ ਕਿ ਇੰਡੀਆ ਦੇ ਤੇ ਖਾਸ ਤੌਰ ਤੇ ਪੰਜਾਬ ਦੇ ਵੀਜ਼ੇ ਨਹੀਂ ਆ ਰਹੇ। ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਲਵਾਂਗੇ ਕਿ ਆਖਰ ਹੋ ਕੀ ਰਿਹਾ ਹੈ, ਔਰ ਜਿਹੜੇ ਬਾਹਰ ਜਾ ਰਹੇ ਆ ਉਹ ਗੁੰਮਰਾਹ ਏਜੰਟਾਂ ਕੋਲ ਹੋ ਰਹੇ ਨੇ ਜਾਂ ਫਿਰ ਵਾਕਿਆ ਹੀ ਆਸਟ੍ਰੇਲੀਆ ਦੀ ਕੋਈ ਪਾਲਿਸੀ ਇਹਨੂੰ ਲੈ ਕੇ। ਗੱਲ ਯੂਕੇ ਦੀ ਵੀ ਕਰਾਂਗੇ, ਪਰ ਪਹਿਲਾਂ ਸ਼ੁਰੂਆਤ ਆਸਟ੍ਰੇਲੀਆ ਤੋਂ ਕਰਦਾ। ਸਮਾਰਟ ਸਟੱਡੀ ਤੋਂ ਹਰਸਿਮਰਤ ਕਾਲੜਾ ਸਾਹਿਬ ਸਾਡੇ ਨਾਲ ਨੇ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭਾਜੀ, ਜਿਵੇਂ ਮੈਂ ਕਿਹਾ ਕਿ ਕੀ ਕਰੋਨਾ ਤੋਂ ਬਾਅਦ ਐਕਸਪੈਕਟਡ ਸੀਗਾ ਵੀ ਬਹੁਤ ਧੜਾ ਵੀਜ਼ੇ ਆਉਣਗੇ, ਪਰ ਉਵੇਂ ਆਏ ਨਹੀਂ। ਭਾਜੀ ਵੀਜ਼ਾਸ ਆ ਰਹੇ ਆ, ਲੇਕਿਨ ਮਾਰਕੀਟ ਦੇ ਵਿੱਚ ਅਫਵਾਹਾਂ ਰਿਫਿਊਜ਼ਲਾਂ ਆ ਰਹੀਆਂ। ਰਿਫਿਊਜ਼ਲਸ ਆਉਣ ਦਾ ਕਾਰਨ ਬਿਲਕੁਲ ਤੁਹਾਡੀ ਗੱਲ ਸਹੀ ਹੈ, ਫੰਡਸ ਮੰਗੇ ਗਏ, ਕਾਲਜ ਦੀ ਸਿਲੈਕਸ਼ਨ ਗਲਤ ਕੀਤੀ ਗਈ, ਬਹੁਤ ਸਾਰੇ ਕਾਰਨ ਹੈ। ਹਰ ਕਿਸੇ ਨੇ ਆਸਟ੍ਰੇਲੀਆ ਦੀ ਫਾਈਲ ਲਗਾਈ, ਜਿਹਨੇ ਕਦੀ ਆਸਟ੍ਰੇਲੀਆ ਬੱਚਾ ਨਹੀਂ ਭੇਜਿਆ ਸੀ ਉਹਨੇ ਬੱਚੇ ਨੂੰ ਆਸਟ੍ਰੇਲੀਆ ਭੇਜਿਆ। ਬਹੁਤ ਸਾਰੇ ਕਾਰਨ ਬਣੇ ਜਿਹੜੇ ਬੱਚਿਆਂ ਦੇ ਵੀਜ਼ਾ ਰਿਫਿਊਜ਼ ਹੋਏ। ਇੱਕ ਵੱਡਾ ਸਵਾਲ ਸੀਗਾ ਕਿ ਅੰਬੈਸੀਜ਼ ਜਾਂ ਸਰਕਾਰ ਦੀ ਪਾਲਿਸੀ ਹੈ ਕਿ ਕੀ ਪੰਜਾਬ ਵਾਲਿਆਂ ਨੂੰ ਜਾਂ ਇੰਡੀਆ ਵਾਲਿਆਂ ਨੂੰ ਵੀਜ਼ਾ ਘੱਟ ਦੇਣਾ। ਨਹੀਂ ਭਾਜੀ, ਵੇਖੋ ਹੁਣ ਇੱਕ ਸਟੂਡੈਂਟ ਹੈ ਜਿਹਦੇ 7 ਬੈਂਡ ਹੈ, ਉਹਨੂੰ ਐਡਮਿਸ਼ਨ ਡਿਗਰੀ ਦੇ ਵਿੱਚ ਮਿਲਦੀ ਹੈ, ਵਧੀਆ ਯੂਨੀਵਰਸਿਟੀ ਮਿਲਦੀ ਹੈ, ਉਹਨੂੰ ਇੱਕ ਪ੍ਰਾਈਵੇਟ ਕਾਲਜ ਵਿੱਚ ਦਾਖਲਾ ਕਰਾਇਆ ਗਿਆ ਜਿੱਥੇ ਕੋਈ ਫੀਸ ਨਹੀਂ ਜਾਣੀ, ਸਾਰੇ ਪੈਸੇ ਬਾਅਦ ਚੋਂ ਜਾਂਦੇ ਆ। ਇੱਕ ਵਧੀਆ ਬੱਚੇ ਨੂੰ ਵਧੀਆ ਥਾਂ ਤੇ ਪੜ੍ਹਾ ਦੇਗਾ, ਇੱਕ ਸਸਤੇ ਕਾਲਜ ਪੜ੍ਹਾਇਆ ਗਿਆ, ਉੱਥੇ ਐਡਮਿਸ਼ਨ ਕਰਾਈ ਗਈ, ਰਿਜ਼ਲਟ ਕੀ ਮਿਲਣਾ ਸੀ? ਬੱਚੇ ਦੀ ਵੀਜ਼ਾ ਰਿਫਿਊਜ਼ਲ। ਇਹ ਉਵੇਂ ਚੱਲ ਰਿਹਾ, ਅਜੇ ਵੀ ਚੱਲ ਰਿਹਾ। ਬਿਲਕੁਲ ਚੱਲ ਰਿਹਾ। ਛੋਟੇ ਕਮਰਿਆਂ 'ਚ ਕਾਲਜ ਖੋਲੇ ਸੀ, ਉਹਨਾਂ ਕਾਲਜਾਂ 'ਚ ਭੇਜ ਦਿੰਦੇ ਸੀ। ਬਿਲਕੁਲ ਭਾਜੀ, ਬੱਚੇ ਨੇ +2 ਕੀਤੀ ਹੈ, ਉਹਨੂੰ ਯੂਨੀਵਰਸਿਟੀ ਦਾਖਲਾ ਮਿਲਣਾ ਚਾਹੀਦਾ, ਉਹਨੇ ਇੱਕ ਨਾਰਮਲ 2 ਕਮਰੇ ਦੇ ਕਾਲਜ ਭੇਜਤਾ, ਉੱਥੇ ਨਾ ਕੋਈ ਫੀਸ ਜਾਂਦੀ ਹੈ ਨਾ ਕੁਛ। ਜੇ ਵੀਜ਼ਾ ਲੱਗ ਗਿਆ 50% ਏਜੰਟ ਨੂੰ ਕਮਿਸ਼ਨ ਭੇਜਦੀ ਹੈ, ਉੱਥੇ ਬੱਚਿਆਂ ਨੂੰ ਭੇਜ ਰਿਹਾ ਤਾਂ ਰਿਜ਼ਲਟ 10 ਦੇ ਵਿੱਚੋਂ 1 ਵੀਜ਼ਾ ਆ ਰਿਹਾ। ਜੇ ਤੁਸੀਂ ਬੱਚੇ ਨੂੰ ਯੂਨੀਵਰਸਿਟੀ ਪਾਓਗੇ ਤਾਂ ਉਹਦੇ 10 'ਚੋਂ 9 ਵੀਜ਼ੇ ਆ ਰਿਹਾ, 10 'ਚੋਂ 10 ਵੀਜ਼ੇ ਵੀ ਆ ਰਹੇ ਜੇ ਆਪਾਂ ਬੱਚੇ ਦਾ ਕੋਰਸ ਸਿਲੈਕਸ਼ਨ ਸਹੀ ਕਰੀਏ। ਮੇਨ ਕਾਰਨ ਬੱਚੇ ਦੇ ਕੋਰਸ ਨਹੀਂ ਸਹੀ ਕੀਤਾ। ਸਾਰਿਆਂ ਨੇ ਕਿਹਾ ਜੀ ਅੱਜ ਕੱਲ੍ਹ ਫੀਸ ਆਫਟਰ ਵੀਜ਼ਾ ਟ੍ਰੈਂਡ ਹੈ ਜੀ, ਅਸੀਂ ਪੈਸੇ ਬੱਚੇ ਤੋਂ ਬਾਅਦ 'ਚੋਂ ਲਵਾਂਗੇ। ਲੇਕਿਨ ਸਮਾਰਟ ਸਟੱਡੀ ਪੈਸੇ ਭਰਦਾ, ਬੱਚੇ ਦੀ ਫੀਸ ਕਰਾਉਂਦਾ, ਦਾਖਲਾ ਉੱਥੇ ਫੀਸ ਭਰਦੇ ਆ 9 ਲੱਖ ਰੁਪਇਆ, ਫਿਰ ਉਹਨੂੰ ਵਧੀਆ ਯੂਨੀਵਰਸਿਟੀ ਦਾਖਲਾ ਕਰਾਉਂਦੇ ਆ, ਫਿਰ ਬੱਚੇ ਦਾ ਵੀਜ਼ਾ ਵੀ ਲੱਗਦਾ ਹੈ। ਤੇ ਫੰਡ ਦੀ ਕੀ ਗੱਲ ਤੁਸੀਂ ਦੱਸ ਰਹੇ ਹੋ? ਫੰਡ ਲਾਉਣੇ ਹੀ ਪੈਂਦੇ, ਫੰਡ ਤੋਂ ਬਿਨਾਂ ਵੀਜ਼ਾ ਆਉਂਦਾ ਹੀ ਨਹੀਂ। ਵੇਖੋ ਆਸਟ੍ਰੇਲੀਆ 'ਚ ਸੈਕਸ਼ਨ 1 ਯੂਨੀਵਰਸਿਟੀ, ਲੈਵਲ 1 ਕਾਲਜ ਹੈ ਜੀ, ਲੈਵਲ 1 ਯੂਨੀਵਰਸਿਟੀ ਹੈ, ਉੱਥੇ ਫੰਡ ਦਿਖਾਉਣ ਦੀ ਲੋੜ ਨਹੀਂ। ਲੇਕਿਨ ਆਸਟ੍ਰੇਲੀਆ ਨੇ ਇੱਕ ਚੀਜ਼ ਸਪਸ਼ਟ ਕਰਤੀ ਹੈ, ਜੇ ਤੁਸੀਂ ਫੰਡ ਨਹੀਂ ਲਾਓਗੇ ਤੁਹਾਡਾ ਵੀਜ਼ਾ ਰਿਫਿਊਜ਼ ਹੈ। ਚਾਹੇ ਤੁਹਾਡਾ ਯੂਨੀਵਰਸਿਟੀ ਲੈਵਲ 1 ਹੈ, 2 ਹੈ, 3 ਹੈ, ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਆਪਾਂ ਨੂੰ ਫੰਡ ਲਗਾਉਣੇ ਪੈਣਗੇ, ਫਿਰ ਬੱਚਿਆਂ ਦੇ ਵੀਜ਼ੇ ਆ ਰਹੇ ਆ, ਸਾਡੇ ਰੋਜ਼ ਵੀਜ਼ੇ ਆ ਰਹੇ ਜੀ। ਇਹ ਪਾਲਿਸੀ ਹੈ, ਰੂਲ ਹੈ ਇਹ। ਦੇਖੋ ਰੂਲ ਐਸੇ ਕਿ ਆਪਾਂ ਨੂੰ ਫੰਡ ਦਿਖਾਉਣ ਦੀ ਲੋੜ ਨਹੀਂ, ਲੇਕਿਨ ਆਪਣੇ ਉਹ ਕਹਿੰਦੇ ਤੁਸੀਂ ਮੈਂਸ਼ਨ ਕਰੋ ਜੇ ਸਾਨੂੰ ਲੋੜ ਹੈਗੀ ਅਸੀਂ ਤੁਹਾਡੇ ਤੋਂ ਮੰਗ ਲਾਂਗੇ ਰੈਂਡਮਲੀ। ਲੇਕਿਨ ਆਪਣੇ ਸਾਰਿਆਂ ਨੇ ਕੀ ਕਰ ਲਿਆ ਜੀ, ਹੁਣ ਤੁਹਾਨੂੰ ਫੰਡ ਦਿਖਾਉਣ ਦੀ ਲੋੜ ਨਹੀਂ,
ਉਵੇਂ ਹੀ ਲਾ ਦਿਓ, ਲੇਕਿਨ ਅੰਬੈਸੀ ਨੇ ਸਾਰੇ ਬੱਚਿਆਂ ਦੇ ਵੀਜ਼ੇ ਰਿਫਿਊਜ਼ ਕਰਤੇ ਜਿਨ੍ਹਾਂ ਨੇ ਫੰਡ ਨਹੀਂ ਦਿਖਾਏ। ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ? 1-2 ਬੱਚਿਆਂ ਹੋਇਆ ਸੀ ਜੀ, ਲੇਕਿਨ ਅਸੀਂ ਹਰ ਬੱਚੇ ਦੇ ਵਿੱਚ ਹੁਣ ਫੰਡ ਦਿਖਾ ਰਹੇ ਹਾਂ। ਮੇਨ ਜੇ ਆਪਾਂ ਫੰਡ ਨਹੀਂ ਦਿਖਾਉਂਦੇ ਰਿਕੁਆਇਰਡ ਹੈ ਨਹੀਂ ਹੈ, ਤੁਸੀਂ ਨਾਲ ਆਪਾਂ ਨੂੰ ਲਗਾਣੇ ਹੀ ਪੈਣੇ ਆ। ਜੇ ਆਪਾਂ ਨਹੀਂ ਲਗਾਵਾਂਗੇ ਅੰਬੈਸੀ ਵੀਜ਼ਾ ਰਿਫਿਊਜ਼ ਫਿਰ ਵੀਜ਼ਾ ਆ ਰਿਹਾ, ਫਿਰ ਵੀਜ਼ਾ ਆ ਰਿਹਾ, 10 ਤੋਂ 9 ਵੀਜ਼ਾ ਆ ਰਿਹਾ। ਤਾਂ ਇਹ ਜਿਹੜਾ ਮਿਥ ਸੀਗਾ ਵੀ ਪੰਜਾਬ ਵਾਲਿਆਂ ਦੇ ਜਾਂ ਪੰਜਾਬੀਆਂ ਦੇ ਨਹੀਂ ਆਉਂਦੇ, ਉਹ ਨਹੀਂ ਗੱਲ ਹੈ। ਫਾਈਲਿੰਗ ਦੀ ਗੱਲ ਹੈ, ਫਾਈਲਿੰਗ ਦੀ ਗੱਲ ਹੈ। ਆਪਾਂ ਬੱਚੇ ਦੇ ਕਾਗਜ਼ ਨਹੀਂ ਦਿਖਾ ਰਹੇ, ਰਿਕੁਆਇਰਮੈਂਟ 30 ਲੱਖ ਦੀ ਹੈ, ਆਪਾਂ ਫੰਡ ਹੀ ਨਹੀਂ ਦਿਖਾਵਾਂਗੇ, ਵੀਜ਼ਾ ਕਿੱਥੋਂ ਆਜੂ? ਐਡਮਿਸ਼ਨ ਵਧੀਆ ਯੂਨੀਵਰਸਿਟੀ ਜਾਣ ਦੀ, ਆਪਾਂ ਉੱਥੇ ਨਹੀਂ ਭੇਜ ਰਹੇ, ਵੀਜ਼ਾ ਕਿੱਥੋਂ ਆਜੂ? ਤੁਸੀਂ ਫੰਡ ਦਿਖਾਓ, ਜੈਨੂਇਨ ਫੰਡ ਦਿਖਾਓ, 3 ਮਹੀਨੇ ਪੁਰਾਣੇ ਫੰਡ ਦਿਖਾਓ, ਮਾਪਿਓ ਦੇ ਨਾਮ ਤੇ ਦਿਖਾਓ, ਵੀਜ਼ਾ ਲੱਗੂਗਾ। ਆਪਾਂ ਫੇਕ ਫੰਡ ਨਾ ਦਿਖਾਓ, ਕਿਸੇ ਚੱਕ ਕੇ ਕਿਸੇ ਹੋਰ ਚ ਲਗਾ ਦੇ, ਉਹ ਵੀਜ਼ਾ ਰਿਫਿਊਜ਼ ਹੋ ਰਿਹਾ ਤੇ ਅੱਗੇ ਵੀ ਰਿਫਿਊਜ਼ ਹੋਊਗਾ। ਸਪਾਊਸ ਨੇ ਜੇ ਨਾਲ ਜਾਣਾ ਹੈ ਤਾਂ ਉਹ ਵੀ ਪੋਸੀਬਲ ਹੈ ਇੱਥੇ ਆਸਟ੍ਰੇਲੀਆ? ਬਿਲਕੁਲ ਜੀ ਬਿਲਕੁਲ। ਸਪਾਊਸ ਮੇਨ ਆਸਟ੍ਰੇਲੀਆ ਦਾ ਹੀ ਬੈਨੀਫਿਟ ਹੈ ਕਿ ਸਪਾਊਸ ਮੀਆਂ ਬੀਵੀ ਬੱਚੇ ਦੇ ਨਾਲ ਇਕੱਠੇ ਜਾ ਸਕਦੇ ਆ, ਪਹਿਲੇ ਦਿਨ ਜਾ ਸਕਦੇ ਆ। ਜੇਕਰ ਗ੍ਰੈਜੂਏਸ਼ਨ ਕੀਤੀ ਹੈ ਮੇਨ ਐਪਲੀਕੈਂਟ ਨੇ ਤਾਂ ਉਸ ਤੋਂ ਬਾਅਦ ਸਪਾਊਸ ਦਾ ਨਾਲ ਜਾ ਸਕਦਾ। ਸਪਾਊਸ ਨੇ ਨਹੀਂ ਕੀਤੀ ਫਿਰ? ਸਪਾਊਸ ਦੀ ਐਪਲੀਕੈਂਟ ਨਹੀਂ ਮੈਟਰ ਕਰਦੀ, ਮੇਨ ਐਪਲੀਕੈਂਟ ਹੈ ਜਿਹੜਾ, ਉਹਦੀ ਗ੍ਰੈਜੂਏਸ਼ਨ ਜ਼ਰੂਰੀ ਹੈ। ਸਪਾਊਸ 10ਵੀਂ ਪਾਸ ਹੈ, ਉਹ ਜੋ ਉਸ ਤੋਂ ਬਾਅਦ ਨੇ ਜੋ ਮਰਜ਼ੀ ਕੀਤਾ ਜਾ ਸਕਦਾ ਹੈ। ਕਿੰਨੀ ਦੇਰ ਬਾਅਦ ਜਾ ਸਕਦਾ ਹੁੰਦਾ? ਇਕੱਠੇ ਜਾ ਸਕਦੇ ਨਾਲ, ਇਕੱਠੇ ਫਾਈਲ ਲੱਗੂਗੀ। ਟੋਟਲ 2 ਤੋਂ 3 ਮਹੀਨੇ ਦਾ ਪ੍ਰੋਸੈਸ ਹੈ, ਉਸ ਤੋਂ ਬਾਅਦ ਦੋਨੋਂ ਇਕੱਠੇ। ਤੁਹਾਡੇ ਥਰੂ ਗਏ ਨੇ? ਹਾਂਜੀ, ਹਜ਼ਾਰਾਂ ਬੱਚੇ ਗਏ ਜੀ। ਸਪਾਊਸ ਜਾਂਦੇ ਆ? ਹਾਂਜੀ ਹਾਂਜੀ। ਬੱਚਿਆਂ ਵਾਲੇ ਵੀ ਜਾਂਦੇ? ਹਾਂਜੀ ਹਾਂਜੀ, ਬੱਚਿਆਂ ਵਾਲੇ ਵੀ ਜਾਂਦੇ ਜੀ। ਮੀਆਂ ਬੀਵੀ ਬੱਚਿਆਂ ਦੇ ਨਾਲ ਜਾਂਦੇ। ਅਸੀਂ 35-35 ਸਾਲ ਦੀ ਏਜ ਦੇ ਬੱਚਿਆਂ ਨੂੰ ਭੇਜਿਆ ਸੀ। ਇੱਕ ਇਹ ਬਹੁਤ ਚਰਚਾ ਰਹਿੰਦੀ ਹੈ, ਜਿਵੇਂ ਤੁਸੀਂ ਕਿਹਾ 35 ਸਾਲ, ਮਾਰਕੀਟ 'ਚ ਬਹੁਤ ਚਰਚਾ ਰਹਿੰਦੀ ਹੈ। ਕਈ ਵਾਰੀ ਕਈ ਕਹਿ ਦਿੰਦੇ ਆ ਕਿ ਕਿੰਨੀ ਵੀ ਉਮਰ ਦੇ ਲੋਕ ਆ ਜਾਓ, ਇਹ ਰਿਐਲਿਟੀ ਹੁੰਦੀ ਹੈ? ਤੁਸੀਂ ਆਪਾਂ MBA ਕਰਨ ਜਾਣੀ ਹੈ ਬਾਹਰ, ਤਾਂ ਯੂਨੀਵਰਸਿਟੀ ਰਿਕੁਆਇਰਮੈਂਟ ਐਕਸਪੀਰੀਅੰਸ ਮੰਗਦੀ ਹੈ। ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਜਾ ਸਕਦੇ ਹੋ। ਹੁਣ ਜੇ ਕਿਸੇ ਨੇ ਗ੍ਰੈਜੂਏਸ਼ਨ 2015 ਹੀ ਕੀਤੀ ਹੈ ਜਾਂ 2010 ਕੀਤੀ ਹੈ, ਤੁਸੀਂ ਜੈਨੂਇਨ ਜਸਟੀਫਾਈ ਕਰੋ, ਤੁਸੀਂ ਜੈਨੂਇਨ ਜੌਬ ਕੀਤੀ ਹੈ। ਹੁਣ ਫੋਰ ਐਗਜ਼ਾਮਪਲ ਤੁਹਾਡੇ ਕੋਲ ਕਿਸੇ ਨੇ 1 ਈਅਰ 'ਚ ਜੌਬ ਕੀਤੀ ਹੈ, 10 ਸਾਲ ਹੋ ਗਏ, ਉਹਨੇ ਜਾਣਾ ਚਾਹੁੰਦਾ ਹੈ, ਜੈਨੂਇਨ ਪ੍ਰੂਫ ਦਿਓ ਉਹਨੇ ਜੌਬ ਕੀਤੀ ਹੈ, ਤਾਂ ਜਾ ਸਕਦਾ ਬਾਹਰ ਈਜ਼ੀਲੀ। ਔਰ ਪੋਸਟ ਕਰੋਨਾ ਫਰਕ ਪਿਆ ਕੋਈ? ਵੇਖੋ, ਪੋਸਟ ਕਰੋਨਾ ਐਸੀ ਲੋਕਾਂ ਨੂੰ ਕਿ ਹਰ ਬੱਚੇ ਦਾ ਵੀਜ਼ਾ ਆਊਗਾ ਜੀ। 2 ਸਾਲ ਹੋ ਗਏ ਹੁੰਦਾ ਆਸਟ੍ਰੇਲੀਆ ਨੇ ਕਿਸੇ ਨੂੰ ਵੀਜ਼ਾ ਨਹੀਂ ਦਿੱਤਾ, ਹੁਣ ਤੁਹਾਡਾ ਵੀਜ਼ੇ ਡਿੱਗਣਗੇ। ਉਹ ਨਹੀਂ ਹੋਇਆ। ਜੇ ਤੁਹਾਡੇ ਡਾਕੂਮੈਂਟ ਸਹੀ ਹੈ, ਸਾਰਾ ਕੁਝ ਸਹੀ ਹੈ, ਤੁਹਾਨੂੰ ਵੀਜ਼ੇ ਮਿਲੇ ਆ ਤੇ ਉਵੇਂ ਹੀ ਮਿਲੇ ਜਿਵੇਂ ਪਹਿਲਾਂ ਮਿਲਦੇ ਸੀ। ਫਿਰ ਲੋਕ ਆਸਟ੍ਰੇਲੀਆ ਨੂੰ ਕਿਉਂ ਪ੍ਰੈਫਰ ਕਰ ਰਹੇ? ਕੈਨੇਡਾ ਦੀ ਜਗ੍ਹਾ ਤੇ ਫਿਰ ਇੱਧਰ ਕਿਉਂ ਹੁਣ ਪ੍ਰੈਫਰੈਂਸ ਹੈ? ਮੀਆਂ ਬੀਵੀ ਬੱਚੇ ਇਕੱਠੇ ਜਾ ਸਕਦੇ ਆ, ਕੈਨੇਡਾ 'ਚ ਇਕੱਠੇ ਨਹੀਂ ਜਾ ਸਕਦੇ। ਕੈਨੇਡਾ 6.5-7 ਬੈਂਡ ਵਾਲੇ ਵੀਜ਼ੇ ਰਿਫਿਊਜ਼ ਹੋ ਰਹੇ ਆ, ਆਸਟ੍ਰੇਲੀਆ 'ਚ ਵੀਜ਼ੇ ਨਹੀਂ ਰਿਫਿਊਜ਼ ਹੋ ਰਹੇ, ਇਸ ਕਰਕੇ ਸਾਰੇ ਪ੍ਰਾਇੋਰਟੀ ਆਸਟ੍ਰੇਲੀਆ ਦੇ ਰਹੇ ਆ। ਕੰਮ ਦੀ ਬਹੁਤ ਚਰਚਾ ਸੀ ਕਿ ਉਸ ਤੋਂ ਬਾਅਦ ਫਿਰ ਕੰਮ ਮਿਲਦਾ ਹੁਣ ਉੱਥੇ ਜਾ ਕੇ? ਆਸਟ੍ਰੇਲੀਆ ਬਿਲਕੁਲ ਜੀ ਮਿਲਦਾ ਕੰਮ ਦੀ। ਕੋਈ ਅੱਜ ਤੱਕ ਵੀ ਜਿੰਨੇ ਬੱਚੇ ਭੇਜੇ ਕਦੇ ਕਿਸੇ ਨੂੰ ਦਿੱਕਤ ਨਹੀਂ ਆਈ। ਸਾਰਿਆਂ ਨੇ ਉੱਥੇ ਆਸਟ੍ਰੇਲੀਆ ਯੂਨੀਵਰਸਿਟੀ ਦੇ ਬਾਹਰ ਅੱਜ ਵੀ ਸਟਾਫ ਦੀ ਸ਼ੋਰਟੇਜ ਹੈ, ਉੱਥੇ ਉਹਨਾਂ ਕੋਲ ਸਟਾਫ ਨਹੀਂ ਮਿਲ ਰਿਹਾ। ਸਕਿੱਲਸ ਕੈਟਾਗਰੀ ਸ਼ੋਰਟੇਜ ਹੈ, ਨੋਰਮਲ ਵੀ ਉੱਥੇ ਜੌਬਸ ਦੀ ਅਵੇਲੇਬਿਲਿਟੀ ਬਹੁਤ ਜ਼ਿਆਦਾ ਹੈ। ਫੰਡਸ ਦੀ ਤੁਸੀਂ ਗੱਲ ਕਰ ਰਹੇ ਸੀ, ਕਿੰਨੇ ਕ ਅਮੂਮਨ ਫੰਡਸ ਸ਼ੋ ਕਰਨੇ? ਫੰਡਸ ਦੇਖੋ, ਜੇ ਆਪਾਂ ਆਸਟ੍ਰੇਲੀਆ ਸਿੰਗਲ ਬੱਚਾ ਜਾ ਰਿਹਾ ਤਾਂ 25 ਲੱਖ ਰੁਪਏ ਸ਼ੋ ਕਰਨਾ ਪੈਂਦਾ, ਤੇ ਜੇਕਰ ਸਪਾਊਸ ਹੈ ਨਾਲ 30 ਲੱਖ ਰੁਪਏ, ਜੇ ਬੇਬੀ ਹੈ ਦੇ ਨਾਲ 3-4 ਲੱਖ ਰੁਪਏ ਹੋਰ ਐਡ ਹੋ ਜਾਂਦਾ ਹੈ। ਮਤਲਬ 25 ਤੋਂ 35 ਲੱਖ ਦੇ ਵਿੱਚ ਆਪਾਂ ਨੂੰ ਫੰਡ ਚਾਹੀਦੇ ਹੁੰਦੇ ਆ। ਪ੍ਰੋਫਾਈਲ ਟੂ ਪ੍ਰੋਫਾਈਲ ਮੈਟਰ ਕਰਦਾ ਹੈ। ਮੀਆਂ ਬੀਵੀ ਫੈਮਿਲੀ ਦੇ ਵਿੱਚੋਂ ਚੱਲ ਸਕਦੇ, ਲੇਕਿਨ ਥਰਡ ਪਾਰਟੀ ਨਹੀਂ ਚੱਲਦੇ। 70% ਮਾਪਿਓ ਦੇ ਫੰਡ ਚਾਹੀਦੇ ਆ, 30% ਤੁਹਾਡੇ ਚਾਚਾ ਤਾਇਆ ਫੈਮਿਲੀ ਅਦਰ ਮੈਂਬਰਸ ਦੇ ਸਕਦੇ। ਉਹਦੇ 'ਚ ਕੀ ਲਿਕੁਇਡ ਮਨੀ ਹੁੰਦੀ ਹੈ? ਉਹਦੇ ਲਿਕੁਇਡ ਮਨੀ ਤੁਸੀਂ ਸੇਵਿੰਗ ਜਾਂ FD ਦੇ ਵਿੱਚ ਚਾਹੀਦਾ। ਜੈਨੂਇਨ ਫੰਡਸ ਹੋਣੇ ਚਾਹੀਦੇ, ਜਿਵੇਂ ਆਪਾਂ ਆਪਣੇ ਫੈਮਿਲੀ ਬੈਂਕਾਂ 'ਚ ਰੱਖਦੇ ਹਾਂ, ਤੇ ਬਿਲਕੁਲ ਉਵੇਂ ਐਗਜ਼ਿਸਟਿੰਗ ਮਾਪਿਓ ਦੇ 'ਚ ਹੋਣੇ ਚਾਹੀਦੇ ਆ। ਮੋਸਟਲੀ ਕੀ ਹੁੰਦਾ, ਲੋਕ ਫੰਡ ਬੱਚਾ ਪੰਜਾਬ ਦਾ ਜੀ ਹਰਿਆਣੇ ਦੇ ਫੰਡ ਦਿਖਾ ਦਿੰਦੇ ਆ, ਤੇ ਉਹ ਚੀਜ਼ਾਂ ਨਹੀਂ ਚੱਲਦੀਆਂ। ਬਿਲਕੁਲ ਜੈਨੂਇਨ ਜੇ ਤੁਸੀਂ ਆਪਣੇ ਫੰਡ ਰੱਖਿਆ ਤਾਂ ਹੀ ਤੁਹਾਡਾ ਵੀਜ਼ਾ ਲੱਗੂਗਾ। ਜੇ ਤੁਹਾਡੇ ਫੇਕ ਫੰਡ ਹੈ ਤਾਂ ਤੁਸੀਂ ਆਸਟ੍ਰੇਲੀਆ ਦੀ ਫਾਈਲ ਨਾ ਲਵਾਈਓ, ਤੁਹਾਡਾ ਬੈਨ ਹੋ ਜਾਊਗਾ, ਕਰੀਅਰ ਖਰਾਬ ਹੋ ਜਾਊਗਾ। ਐਵੇਂ ਹੀ ਹੋ ਜਾਂਦਾ, ਲੋਕ ਫੇਕ ਫੰਡ ਵੀ ਲਾ ਦਿੰਦੇ। ਬਿਲਕੁਲ ਜੀ ਬਿਲਕੁਲ। ਕਾਗਜ਼ ਹੇਰਾਫੇਰੀ ਹੋ ਜਾਂਦੀ ਕਾਗਜ਼ਾਂ 'ਚ। ਵੇਖੋ ਜੀ, ਮਤਲਬ ਕਾਫੀ ਕੁਝ ਹੁੰਦਾ ਜੀ, ਫੰਡ ਗਲਤ ਲੱਗ ਜਾਂਦੇ ਆ। ਮਤਲਬ ਫੋਰ ਐਗਜ਼ਾਮਪਲ ਤੁਹਾਡੇ ਰਿਲੇਸ਼ਨ ਦੇ ਵਿੱਚ ਨਾਮ ਮਿਲਦਾ ਜੁਲਦਾ, ਹੁਣ ਮੇਰਾ ਤੁਹਾਡੇ ਨਾਮ ਦੇ ਫੰਡ ਕਿਸੇ ਹੋਰ ਦੇ ਵਿੱਚ ਲਗਾਤੇ, ਤੇ ਉਹਦੇ ਆਪਾਂ ਡੇਟ ਆਫ ਬਰਥ ਚੇਂਜ ਹੋ ਜਾਂਦੀ ਆ, ਕਾਫੀ ਚੀਜ਼ਾਂ ਹੁੰਦੀਆਂ, ਬੈਂਕ ਤੇ ਵੈਰੀਫਾਈ ਨਹੀਂ ਹੁੰਦਾ। ਰੈਂਡਮਲੀ ਅੰਬੈਸੀ ਹਰ ਕੇਸ ਨਹੀਂ ਚੈੱਕ ਕਰਦੀ, ਉਹਨਾਂ ਨੂੰ ਲੱਗਦਾ ਕਿ ਨਿਕਲ ਜਾਣਗੇ, ਲੇਕਿਨ 10 ਤੋਂ 7-8 ਕੇਸ ਅੰਬੈਸੀ ਚੈੱਕ ਕਰਦੀ ਹੈ ਤਾਂ ਫੜੇ ਜਾਂਦੇ ਆ। ਫਿਰ ਉਹ ਬੈਨ ਕਰ ਦਿੰਦੇ? ਉਹ ਬੈਨ ਕਰ ਦਿੰਦੇ ਆ, ਕਿਉਂਕਿ ਮੋਸਟਲੀ ਕੀ ਕਰ ਰਹੇ ਜੀ, ਲੋਕਾਂ ਨੇ ਫੀਸਾਂ ਹੀ ਨਹੀਂ ਭਰਨੀਆਂ। ਜਦੋਂ ਆਪਾਂ ਕਿਸੇ ਬੱਚੇ ਦੀ ਫੀਸ ਹੀ ਨਹੀਂ ਭਰਨੀ, ਜਿੰਨੇ ਵੀਜ਼ੇ ਆ ਗਏ ਠੀਕ ਹੈ, 10 2 ਆ ਗਏ, 3 ਆ ਗਏ, ਬਾਕੀ ਰਿਫਿਊਜ਼ ਹੋ ਗਏ, ਕੋਈ ਫਰਕ ਨਹੀਂ ਪੈਂਦਾ। ਜਦੋਂ ਆਪਾਂ ਕੋਈ ਬੱਚੇ ਤੇ ਪੈਸਾ ਹੀ ਨਹੀਂ ਲਾਣਾ, ਅੰਬੈਸੀ ਫੀਸ ਆਪਾਂ ਬੱਚੇ ਤੋਂ ਲੈ ਲੈਣੀ, ਆਪਾਂ ਕਿਸੇ ਕੋਈ ਉਹਦਾ 1 ਰੁਪਿਆ ਨਹੀਂ ਲਗਾਣਾ। ਜੇ ਵੀਜ਼ਾ ਰਿਫਿਊਜ਼ ਹੋ ਗਿਆ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਆਪਾਂ ਉਹਦੇ ਤੇ ਪੈਸੇ ਖਰਚਾਂਗੇ, ਕੋਈ ਅਕਾਊਂਟੇਬਿਲਟੀ ਨਹੀਂ ਏਜੰਟ ਦੀ? ਹੋ ਗਿਆ ਰਿਫਿਊਜ਼ ਤਾਂ ਹੋ ਗਿਆ, ਦੇਖੋ ਅਕਾਊਂਟੇਬਿਲਟੀ ਹੋ ਗਿਆ ਤਾਂ ਹੋ ਗਿਆ। ਅਕਾਊਂਟੇਬਿਲਟੀ ਏਜੰਟ ਦੀ ਹੈ। ਬੱਚੇ ਨੂੰ ਸੋਚਣਾ ਪਊਗਾ ਏਜੰਟ ਕਿੰਨਾ ਪੁਰਾਣਾ ਬੈਠਾ ਹੈ, ਉਹਨੇ ਕਿੰਨੇ ਵੀਜ਼ੇ ਲਵਾਏ ਹੈ, ਉਹਦਾ ਫੇਸਬੁੱਕ ਤੇ ਕਿੰਨੇ ਵੀਜ਼ੇ ਆ, ਰੈਫਰੈਂਸ ਚੈੱਕ ਕਰੇ। ਅਕਾਊਂਟੇਬਿਲਟੀ ਸਰ ਹੈਗੀ ਹੈ, ਲੇਕਿਨ ਪਰਸਨ ਟੂ ਪਰਸਨ ਹੈ। ਇਹ ਕੰਮ ਦੇ ਵਿੱਚ ਕਈ ਸ਼ਾਰਟਕਟ ਦੇਖਦੇ ਜੀ, ਅਸੀਂ ਜਲਦੀ ਅਮੀਰ ਬਣ ਜਾਈਏ, ਅਸੀਂ ਜ਼ਿਆਦਾ ਪੈਸਾ ਕਮਾ ਲਈਏ। ਤਜਰਬਾ ਹੈ ਨਹੀਂ, ਕਦੀ ਆਸਟ੍ਰੇਲੀਆ ਭੇਜਿਆ ਨਹੀਂ ਸੀ,
ਕੈਨੇਡਾ ਵੀਜ਼ੇ ਰਿਫਿਊਜ਼ ਹੋ ਗਏ, ਆਪਾਂ ਆਸਟ੍ਰੇਲੀਆ ਕਰ ਲੈਂਦੇ ਆ, ਲੇਕਿਨ ਉਹ ਚੀਜ਼ ਨਹੀਂ ਪੋਸੀਬਲ। ਤੁਸੀਂ ਕਿੰਨੇ ਸਾਲ ਤੋਂ ਭੇਜ ਰਹੇ ਹੋ ਆਸਟ੍ਰੇਲੀਆ? ਅਸੀਂ ਭਾਜੀ 2007 ਤੋਂ ਭੇਜ ਰਹੇ ਆ, 15 ਸਾਲ ਹੋ ਗਏ ਜੀ ਆਸਟ੍ਰੇਲੀਆ ਲਗਾਤਾਰ ਤੁਸੀਂ ਹਾਂਜੀ। 2007 ਚ ਅਸੀਂ ਸ਼ੁਰੂ ਕੀਤਾ ਸੀਗਾ, ਉਦੋਂ 2008-9 ਚ ਬੰਦ ਹੋ ਗਿਆ ਸੀ, ਦੁਬਾਰਾ 2015 ਤੋਂ ਅਸੀਂ ਲਗਾਤਾਰ ਬੱਚੇ ਭੇਜ ਰਹੇ ਹਾਂ। ਇੱਕ ਇਹ ਬੜਾ ਹੁੰਦਾ ਕਿ ਏਜੰਟ ਆਪਦੇ ਕੋਲੋਂ ਫੇਕ ਫੰਡਸ ਲਾ ਦਿੰਦਾ ਤੇ ਸਟੂਡੈਂਟ ਨੂੰ ਪਤਾ ਵੀ ਨਹੀਂ ਲੱਗਦਾ। ਆਨਲਾਈਨ ਫਾਈਲ ਹੈ ਜੀ ਆਸਟ੍ਰੇਲੀਆ ਦੀ, ਕੁਝ ਵੀ ਗਲਤ ਨਹੀਂ ਲੱਗਦਾ। ਇਮੀ ਅਕਾਊਂਟ ਤੇ ਜਾ ਕੇ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ। ਇਹ ਨਹੀਂ ਹੈਗਾ ਕਿ ਪਹਿਲਾਂ ਵਾਲਾ ਟਾਈਮ 10 ਸਾਲ ਪਹਿਲਾਂ 15 ਸਾਲ ਪਹਿਲਾਂ ਜੋ ਫਾਈਲ ਲੱਗਦੀ ਸੀ ਨਹੀਂ ਚੈੱਕ ਹੁੰਦਾ ਸੀ। ਅਸੀਂ ਬੱਚੇ ਦੀ ਫਾਈਲ SOP ਬੱਚਾ ਆਪ ਆ ਕੇ ਚੈੱਕ ਕਰਦਾ, ਓਕੇ ਕਰਦਾ, ਫਿਰ ਉਹਨੂੰ ਫਾਈਲ ਲੱਗਦੀ ਹੈ। ਆਨਲਾਈਨ ਜੋ ਡਾਕੂਮੈਂਟ ਲੱਗੇ ਆ ਮੱਕੜ ਸਾਹਿਬ, ਬੱਚਾ ਆਪ ਚੈੱਕ ਕਰ ਸਕਦਾ, ਉਹਦੇ 10ਵੀਂ ਦੇ ਡਾਕੂਮੈਂਟ ਲੱਗੇ, 12ਵੀਂ ਲੱਗੇ, ਫੰਡ ਲੱਗਿਆ ਨਹੀਂ ਲੱਗਿਆ, ਬਿਲਕੁਲ ਸਾਰੇ ਡਾਕੂਮੈਂਟ ਕਿੰਨੇ ਲਗਾਏ, ਸਾਰੀ ਫਾਈਲ। ਕਿਸੇ ਨੇ ਫੇਕ ਲਾਤਾ ਤਾਂ ਉਹ ਬੱਚੇ ਨੂੰ ਉੱਥੇ ਆਨਲਾਈਨ ਜਾ ਕੇ ਚੈੱਕ ਹੋ ਜਾਊਗਾ। ਉਹਦੇ ਫਾਈਲ ਓਪਨ ਨਹੀਂ ਹੁੰਦੀ, ਲੇਕਿਨ ਡਾਕੂਮੈਂਟ ਦਿਖ ਜਾਂਦੇ ਆ ਕਿਹੜੇ ਕਿਹੜੇ ਡਾਕੂਮੈਂਟ ਅਟੈਚ ਹੈ। ਜਿਹੜੇ ਮੈਂ ਤੁਹਾਡੀ ਗੱਲ ਟੋਕ ਰਿਹਾ ਇੱਥੇ, ਇੰਟਰਸਟਿੰਗ ਗੱਲ ਇਹ ਹੈ, ਜਿਹੜੇ ਫੇਕ ਲੱਗ ਜਾਂਦੇ ਔਰ ਬਾਅਦ ਦੇ ਵਿੱਚ ਉਹ ਬੈਨ ਹੋ ਜਾਂਦੇ ਆ, ਤਾਂ ਫਿਰ ਬੱਚਾ ਤਾਂ ਆਪ ਦੇਖ ਸਕਦਾ ਸੀਗਾ, ਲੇਕਿਨ ਡਾਕੂਮੈਂਟ ਨਹੀਂ ਚੈੱਕ ਕਰ ਸਕਦਾ। ਜਿਹੜੇ ਅਟੈਚਮੈਂਟ ਹੁੰਦੇ ਆ ਉਸ ਤੋਂ ਪਹਿਲਾਂ ਉਹਨੂੰ ਇਹ ਜਿਹੜਾ ਉਹਦਾ ਕੇਸ ਆਫਿਸਰ ਹੈ ਜਾਂ ਜਿੰਦੇ ਕੋਲ ਏਜੰਟ ਤੋਂ ਉਹਨੇ ਫਾਈਲ ਲਵਾਈ ਹੈ, ਉਹਨੂੰ ਫਾਈਲ ਦੀ ਕਾਪੀ ਚੈੱਕ ਕਰਾ ਸਕਦਾ। ਲੱਗਣ ਤੋਂ ਬਾਅਦ ਉਹਨੂੰ ਐਮਬੈਸੀ ਤੋਂ ਡਿਮਾਂਡ ਕਰਨੀ ਪੈਂਦੀ ਜੇ ਵੀਜ਼ਾ ਰਿਫਿਊਜ਼ ਹੋ ਜਾਂਦਾ। ਫੋਰ ਐਗਜ਼ਾਮਪਲ ਕਈ ਬੱਚੇ ਕੀ ਕਰਦੇ, ਏਜੰਟ ਰਿਫਿਊਜ਼ਲ ਵੀ ਚੇਂਜ ਕਰ ਦਿੰਦੇ ਆ, ਲੇਕਿਨ ਤੁਹਾਡੇ ਅੱਜ ਕੱਲ੍ਹ ਉਹ ਟ੍ਰੈਂਡ ਹੈ, ਤੁਸੀਂ ਆਪਣੇ ਆਪ ਆਨਲਾਈਨ ਆਪਣੀ ਰਿਫਿਊਜ਼ਲ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹੋ। ਰਿਫਿਊਜ਼ਲ ਚੇਂਜ ਕਿਵੇਂ ਹੁੰਦੀ ਹੈ? ਰਿਫਿਊਜ਼ਲ ਕਿਸੇ ਨੇ ਬੈਨ ਲਵਾਤਾ, ਉਹਨੇ ਦੱਸਣਾ ਹੀ ਨਹੀਂ ਬੈਨ ਲੱਗ ਗਿਆ, ਉਹਨੇ ਰਿਫਿਊਜ਼ਲ ਚੇਂਜ ਕਰਕੇ ਬੱਚੇ ਨੂੰ ਦੇਤੀ। ਹੁਣ ਬੱਚੇ ਨੂੰ ਇਸ ਚੀਜ਼ ਬਾਰੇ ਕੀ ਪਤਾ? ਬੱਚੇ ਨੂੰ ਪਤਾ ਹੀ ਨਹੀਂ ਬੈਨ ਲੱਗ ਗਿਆ, ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਬੈਨ ਲੱਗ ਗਿਆ। ਉਹ ਜੇ ਫਿਰ ਤੀਜੀ ਥਾਂ ਤੇ ਜਾ ਕੇ ਫਿਰ ਤੀਜੀ ਥਾਂ ਤੇ ਜਾਊਗਾ, ਦੁਬਾਰਾ ਬੈਨ ਕਿਤੇ ਜਾਊਗਾ, ਫਿਰ ਵੀਜ਼ਾ ਜਦੋਂ ਫਾਈਲ ਆਊਗਾ, ਕਿਉਂਕਿ ਪਿਛਲੇ ਏਜੰਟ ਨੇ ਉਹਨੂੰ ਦੱਸਿਆ ਨਹੀਂ, ਜੋ ਦੁਬਾਰਾ ਫਾਈਲ ਲੱਗੂਗੀ ਰਿਫਿਊਜ਼ ਹੋਊਗਾ, ਫਿਰ ਉਹਨੂੰ ਪਤਾ ਲੱਗੂਗਾ ਮੇਰਾ ਆਲਰੇਡੀ ਰਿਫਿਊਜ਼ ਸੀਗਾ। ਬਟ ਉਸ ਬੱਚੇ ਨੂੰ ਡਰਨ ਦੀ ਲੋੜ ਨਹੀਂ, ਅੱਜ ਕੱਲ੍ਹ ਤੁਹਾਡੀ ਰਿਫਿਊਜ਼ਲ ਆਨਲਾਈਨ ਚੈੱਕ ਹੋ ਜਾਂਦੀ ਹੈ। ਤੁਸੀਂ ਆਪਣੀ ਰਿਫਿਊਜ਼ਲ ਆਨਲਾਈਨ ਆਪਣੇ ਈਮੇਲ ਅਕਾਊਂਟ ਜਾ ਕੇ ਚੈੱਕ ਕਰਕੇ ਦੇਖ ਸਕਦੇ ਹੋ। ਤਾਂ ਇਹ ਬੜੀ ਵੱਡੀ ਇਹ ਗੱਲ ਤੁਸੀਂ ਕੀਤੀ ਕਿ ਫੰਡਸ ਵੀ ਫੇਕ ਹੋ ਜਾਂਦੇ, ਉਦੋਂ ਬਾਅਦ ਰਿਫਿਊਜ਼ਲਾਂ ਵੀ ਫੇਕ ਬੱਚਿਆਂ ਨੂੰ ਦੇ ਦਿੱਤੀਆਂ ਜਾਂਦੀਆਂ। ਬਿਲਕੁਲ ਜੀ, ਹੁਣ ਤਾਂ ਬਹੁਤ ਵਧੀਆ ਸਿਸਟਮ ਆ ਗਿਆ ਜੀ, ਆਪਣੇ ਡਾਕੂਮੈਂਟ ਆਨਲਾਈਨ ਚੈੱਕ ਹੋ ਜਾਂਦੇ ਆ। ਅੱਗੇ ਤਾਂ ਡਾਕੂਮੈਂਟ ਆਨਲਾਈਨ ਨਹੀਂ ਚੈੱਕ ਹੁੰਦੇ ਸੀ। ਹੁਣ ਪਿੱਛੇ ਜੇ ਰੀਸੈਂਟਲੀ ਹਰਿਆਣਾ ਦੇ ਬੱਚਿਆਂ 'ਚ ਕਿੰਨੀ ਪ੍ਰੋਬਲਮ ਆ ਰਹੀ ਹੈ। ਆਸਟ੍ਰੇਲੀਆ ਨੇ ਹਰਿਆਣਾ ਦੇ ਬੱਚਿਆਂ ਦੇ ਵੀਜ਼ੇ ਬਹੁਤ ਰਿਫਿਊਜ਼ ਕਰ ਰਹੀ ਹੈ। ਉਹਨਾਂ ਦੇ ਕੁਰੂਕਸ਼ੇਤਰਾ ਯੂਨੀਵਰਸਿਟੀ, ਹਰਿਆਣਾ ਬੋਰਡ ਜਿਹੜੇ ਆ ਉਹ ਆਨਲਾਈਨ ਵੈਰੀਫਾਈ ਨਹੀਂ ਹੁੰਦੇ। ਉਹ ਬੱਚਿਆਂ ਨੂੰ ਜੈਨੂਅਨ ਬੱਚੇ ਨੂੰ ਖਿਮਾਜਾ ਭੁਗਤਣਾ ਪੈਂਦਾ। ਜਦੋਂ ਡਾਕੂਮੈਂਟ ਹੀ ਤੁਹਾਡੇ ਆਨਲਾਈਨ ਵੈਰੀਫਾਈ ਹੋਣੇ ਤਾਂ ਐਮਬੈਸੀ ਨੂੰ ਵੀ ਨਹੀਂ ਪਤਾ ਲੱਗਦਾ ਕਿ ਡਾਕੂਮੈਂਟ ਜੈਨੂਅਨ ਆ ਫੇਕ। ਹਰਿਆਣੇ ਵਾਲਿਆਂ ਦੀ ਕਿਉਂ? ਕਿਉਂਕਿ ਡਾਕੂਮੈਂਟ ਯੂਨੀਵਰਸਿਟੀ ਵੱਲੋਂ ਡਾਕੂਮੈਂਟ ਨਹੀਂ ਆਨਲਾਈਨ ਵੈਰੀਫਾਈ ਹੁੰਦੇ, ਪਿਛਲੇ ਸਾਲ 2 ਸਾਲ ਦੇ ਹੁੰਦੇ, ਉਸ ਤੋਂ ਪੁਰਾਣੇ ਡਾਕੂਮੈਂਟ ਆਨਲਾਈਨ ਵੈਰੀਫਾਈ ਨਹੀਂ ਹੁੰਦੇ ਯੂਨੀਵਰਸਿਟੀ ਦੇ। ਹਾਂਜੀ, ਯੂਨੀਵਰਸਿਟੀ ਦੇ ਡਾਕੂਮੈਂਟ ਨਹੀਂ ਵੈਰੀਫਾਈ। ਤਾਂ ਇਹ ਵੀ ਮੈਟਰ ਕਰ ਰਿਹਾ ਕਿ ਇੱਥੋਂ ਕਿਹੜੀ ਯੂਨੀਵਰਸਿਟੀ ਤੋਂ ਤੁਸੀਂ ਪੜ੍ਹ ਕੇ ਜਾ ਰਹੇ ਹੋ। ਬਿਲਕੁਲ ਜਿਹੜੀ ਰੇਟਿੰਗਸ ਹੈ ਯੂਨੀਵਰਸਿਟੀ ਸੈਕਸ਼ਨ 1 2 3 ਹੈ, ਜਿਵੇਂ ਆਪਣੀ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ, ਉਹ ਰੇਟਿੰਗ 1 ਚ ਹੈ। ਜੇਕਰ ਤੁਹਾਡੀ ਯੂਨੀਵਰਸਿਟੀ ਵਧੀਆ ਹੈ ਤਾਂ ਤੁਹਾਡੇ ਪਰਸੈਂਟੇਜ ਘੱਟ ਹੈ, ਤੁਹਾਡਾ ਵੀਜ਼ਾ ਲੱਗ ਜਾਂਦਾ ਹੈ। ਜੇ ਤੁਸੀਂ ਸੈਕਸ਼ਨ 1 ਹੈ, ਫੋਰ ਐਗਜ਼ਾਮਪਲ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹ ਸੈਕਸ਼ਨ 1 ਹੈ, ਜੇ ਤੁਹਾਡੇ 50% ਹੈ ਤੁਹਾਡਾ ਵੀਜ਼ਾ ਲੱਗ ਜਾਊਗਾ। ਜੇ ਤੁਸੀਂ PTU ਤੋਂ ਪੜ੍ਹੇ ਹੋ ਤੁਹਾਨੂੰ 60% ਚਾਹੀਦੇ ਹੈ, ਤੁਹਾਡੀ ਯੂਨੀਵਰਸਿਟੀ ਸੈਕਸ਼ਨ 2 ਚ ਆ ਜਾਂਦੀ ਹੈ। ਇਸ ਕਰਕੇ ਉਸ ਚੀਜ਼ਾਂ ਦੇ ਨਾਲ ਮੈਟਰ ਕਰਦਾ ਹੈ। ਖਰਚਾ ਕਿੰਨਾ ਕੁ ਅੱਜ ਕੱਲ ਆ ਰਿਹਾ? ਖਰਚਾ ਚੰਗੀ ਯੂਨੀਵਰਸਿਟੀ 'ਚ ਜਾਣਾ, ਜੇ ਚੰਗੀ ਯੂਨੀਵਰਸਿਟੀ ਜਾਣਾ ਜੀ, ਨਾ ਕਰਦੇ ਬੱਚੇ ਦਾ 12 ਤੋਂ 15 ਲੱਖ ਦੇ ਵਿੱਚ ਖਰਚਾ ਆ ਜਾਂਦਾ ਹੈ। 8-9 ਲੱਖ ਰੁਪਏ ਯੂਨੀਵਰਸਿਟੀ ਦੀ ਫੀਸ ਆ ਜਾਂਦੀ ਹੈ। ਫਿਰ ਉਸ ਤੋਂ ਬਾਅਦ ਉਹਦੇ ਇੰਸ਼ੋਰੈਂਸ ਦੇ ਖਰਚੇ ਆ ਜਾਂਦੇ ਆ, ਅਦਰ ਖਰਚੇ ਪਾ ਕੇ, ਫੰਡ ਦੇ ਹੋਰ ਮੈਡੀਕਲ ਵਗੈਰਾ ਪਾ ਕੇ 12 ਤੋਂ 15 ਲੱਖ ਬੱਚੇ ਦਾ ਖਰਚਾ ਆ ਜਾਂਦਾ। ਕੈਨੇਡਾ ਤਰ੍ਹਾਂ ਇੱਧਰ ਕੋਈ ਪਹਿਲਾਂ ਪੈਸੇ ਨਹੀਂ ਦੇਣੇ ਪੈਂਦੇ? ਪਹਿਲਾਂ ਪੈਸੇ ਨਹੀਂ ਦੇਣੇ ਪੈਂਦੇ। ਸਮਾਰਟ ਸਟੱਡੀ ਆਪਣੀ ਜੇਬ ਤੋਂ ਲਗਾਉਂਦਾ, ਪੈਸੇ ਜਾਂਦੇ ਆ, ਲੇਕਿਨ ਸਮਾਰਟ ਸਟੱਡੀ ਆਪਣੀ ਜੇਬ ਤੋਂ ਲਾਉਂਦਾ। ਅਸੀਂ ਬੱਚੇ ਦਾ ਜੈਨੂਅਨ ਅਕਾਊਂਟ ਓਪਨ ਕਰਦੇ ਆ, ਉਹਦੀ ਕਾਪੀ ਬੱਚੇ ਨੂੰ ਦਿੰਦੇ ਆ, ਜਿਹੜੇ ਹੁੰਦੇ ਫੀਸ ਟ੍ਰਾਂਸਫਰ ਕਰਦੇ ਆ ਬੱਚੇ ਦੇ ਸਾਹਮਣੇ। ਅੱਜ ਤੁਸੀਂ ਕਰਦੇ ਹੋ ਆਪ? ਅਸੀਂ ਫੀਸ ਟ੍ਰਾਂਸਫਰ ਕਰਾਉਂਦੇ ਆ, ਜਿਹੜੇ ਸਾਡੇ ਕੋਲ ਫਾਈਨਾਂਸਰਸ ਆ ਉਹਦੀ ਫੀਸ ਟ੍ਰਾਂਸਫਰ ਕਰਦੇ ਆ, ਉਹਨੂੰ ਪ੍ਰੋਪਰ ਚੈੱਕ ਕਰਾਉਂਦੇ ਤੇ ਤੁਹਾਡੇ ਖਾਤੇ 'ਚ 8 ਲੱਖ ਰੁਪਏ ਫੀਸ ਗਈ ਹੈ, ਉਹਦੇ ਵਿਆਹ ਤੇ ਬੱਚਾ ਆਪਣੇ ਜੈਨੂਅਨ ਚੈੱਕ ਕਰ ਸਕਦਾ। ਹਰ ਚੀਜ਼ ਤੇ ਟ੍ਰਾਂਸਪੇਰੈਂਸੀ ਮੱਕੜ ਸਾਹਿਬ, ਜੋ ਬੱਚੇ ਨਾਲ ਅਸੀਂ ਕਰ ਰਹੇ ਹਾਂ, ਜੋ ਮੈਂ ਤੁਹਾਡੇ ਪਲੇਟਫਾਰਮ ਦੇ ਰਾਹੀਂ ਬੱਚਿਆਂ ਨੂੰ ਕਹਿ ਰਿਹਾ, ਵੀਜ਼ਾ ਆਉਣ ਤੋਂ ਬਾਅਦ ਲੈਣੇ? ਅਸੀਂ ਵੀਜ਼ਾ ਆਉਣ ਤੋਂ ਬਾਅਦ ਬੱਚੇ ਤੋਂ ਪੈਸੇ ਲੈਂਦੇ ਆ ਜੀ। ਜੇ ਵੀਜ਼ਾ ਨਹੀਂ ਲੱਗਦਾ, ਬਿਲਕੁਲ ਜੀ ਬਿਲਕੁਲ, ਜੇ ਵੀਜ਼ਾ ਨਹੀਂ ਲੱਗਦਾ ਤਾਂ ਬੱਚੇ ਦਾ ਕੋਈ ਨੁਕਸਾਨ ਨਹੀਂ ਹੁੰਦਾ। ਤਾਂ ਉਹ ਤੁਹਾਡਾ ਨੁਕਸਾਨ ਹੈ? ਸਾਡਾ ਨੁਕਸਾਨ ਹੈ ਜੇ ਬੱਚੇ ਦਾ ਵੀਜ਼ਾ ਨਹੀਂ ਲੱਗਦਾ। ਪਰ ਉਹ ਵਾਪਸ ਆਉਣ ਦਾ ਪ੍ਰੋਸੈਸ ਹੈ? ਉਹ ਪ੍ਰੋਸੈਸ ਹੈ ਜੀ, ਰਿਫੰਡ ਨੂੰ 2 ਤੋਂ 3 ਮਹੀਨੇ ਲੱਗਦੇ ਆ ਆਸਟ੍ਰੇਲੀਆ ਦੇ ਵਿੱਚ। ਤੁਸੀਂ ਬੇਅਰ ਕਰਦੇ ਹੋ? ਉਹ ਅਸੀਂ ਬੇਅਰ ਕਰਦੇ ਆ, ਜਿਹੜਾ ਇੰਟਰਸਟ ਦਾ ਲਾਸ ਹੁੰਦਾ। ਕੋਈ ਹਿਡਨ ਚਾਰਜ ਨਹੀਂ ਹੈ? ਕੋਈ ਹਿਡਨ ਚਾਰजेस ਨਹੀਂ ਹੈ ਜੀ। ਐਮਬੈਸੀ ਫੀਸ ਬੱਚੇ ਨੂੰ ਦੇਣੀ ਪੈਂਦੀ ਹੈ ਜੀ ਆਸਟ੍ਰੇਲੀਆ ਦੇ ਵਿੱਚ। ਉਸ ਤੋਂ ਇਲਾਵਾ ਨਾ ਉਹਨੇ ਕੋਲ ਜੇ ਨਹੀਂ ਫੰਡ ਹੈਗੇ ਤਾਂ ਫੰਡ ਦੀ ਅਸੀਂ ਸਪੋਰਟ ਕਰਦੇ ਹਾਂ ਬੱਚੇ ਦੀ। ਉਸ ਤੋਂ ਇਲਾਵਾ ਉਹਨੇ ਟਿਊਸ਼ਨ ਫੀਸ ਕਰਾਉਣੀ ਹੈ, ਇੰਸ਼ੋਰੈਂਸ ਪੇ ਕਰਨੀ ਹੈ, ਸਾਰੇ ਖਰਚੇ ਜਿੰਨੇ ਵੀ ਆਉਂਦੇ ਆ ਉਹ ਸਾਰੇ ਅਸੀਂ ਪੇ ਕਰਦੇ ਹਾਂ। ਬੱਚੇ ਨੂੰ ਸਿਰਫ ਸਾਨੂੰ ਕੀ ਚਾਹੀਦਾ, ਜੈਨੂਅਨ ਡਾਕੂਮੈਂਟ ਚਾਹੀਦੇ ਆ। ਬੱਚੇ ਨੇ 10ਵੀਂ ਤੋਂ ਲੈ ਕੇ 12ਵੀਂ ਤੋਂ ਲੈ ਕੇ ਗ੍ਰੈਜੂਏਸ਼ਨ ਤੋਂ ਬਾਅਦ ਜੋ ਉਹਨੇ ਜੌਬ ਐਕਸਪੀਰੀਅੰਸ ਕੀਤੀ ਹੈ ਉਹ ਜੈਨੂਅਨ ਸਾਨੂੰ ਪ੍ਰੂਫ ਦੇ ਦੇ, ਬਾਕੀ ਸਾਰਾ ਪੈਸਾ ਅਸੀਂ ਬੱਚੇ ਦੇ ਇਨਵੈਸਟ ਕਰਦੇ। ਉੱਥੇ ਪਹੁੰਚਣ ਤੋਂ ਬਾਅਦ ਵੀ ਕੋਈ ਸਪੋਰਟ ਕਰਦੇ ਹੋ ਕਿ ਨਹੀਂ? ਉੱਥੇ ਸਪੋਰਟ ਕਰਦੇ ਆ ਜੀ, ਬੱਚੇ ਨੂੰ ਪਹੁੰਚਣ ਦਾ 2-2 ਸਾਲ 3-3 ਦਾ ਸਪੋਰਟ ਕਰਦੇ ਆ। ਬਿਲਕੁਲ ਜੀ, ਹੁਣ ਸਾਡੇ ਕਈ ਮਿੱਤਰ ਹੀ ਬਣ ਜਾਂਦੇ ਜਦੋਂ ਨਾਲ ਜਾਂਦੇ ਆ। ਹੁਣ ਮੈਂ ਅੱਜ ਹੁਣੇ ਹੀ ਬੱਚਾ ਉੱਠ ਕੇ ਗਿਆ, ਮਤਲਬ ਉਹਨੂੰ ਸਿਟੀਜ਼ਨਸ਼ਿਪ ਤੱਕ ਮਿਲ ਚੁੱਕੀ ਹੈ, ਜਿਹੜੇ ਸਾਡੇ ਭੇਜੇ ਸਟੂਡੈਂਟ ਹੈ। ਦੇਖੋ ਰੈਫਰੈਂਸ ਗੇਮ ਹੈ ਸਾਡੀ, ਐਡ ਬਹੁਤ ਘੱਟ ਅਸੀਂ ਕਰਦੇ ਹਾਂ ਜੀ। ਜੇ ਅਸੀਂ ਬੱਚੇ ਭੇਜੇ 5 ਸਾਲ ਬਾਅਦ ਵੀ ਸਾਡੇ ਕੋਲ ਰੈਫਰੈਂਸ ਆਉਂਦਾ, 10 ਸਾਲ ਬਾਅਦ ਵੀ ਆਉਂਦਾ ਸਾਡੇ ਕੋਲ। ਉਹਨਾਂ ਦੇ ਰਿਸ਼ਤੇਦਾਰ? ਹਾਂਜੀ, ਸਾਡੇ ਕੋਲ ਰਾਜਸਥਾਨ, ਹਰਿਆਣਾ, ਮਤਲਬ ਸਾਰੇ ਪਾਸੋਂ ਗੰਗਾ ਨਗਰ ਤੱਕ ਤੋਂ ਬੱਚੇ ਰੈਫਰੈਂਸ ਚ ਆਉਂਦੇ ਆ।
ਯੂਕੇ ਦੇ ਕੀ ਹਾਲਾਤ ਨੇ? ਯੂਕੇ ਕਰੋਨਾ ਦੇ ਵਿੱਚ ਵੀ ਬਹੁਤ ਸਾਰੇ ਸਟੂਡੈਂਟ ਯੂਕੇ ਦਾ ਹਾਲਾਤ ਬਹੁਤ ਵਧੀਆ ਜੀ। ਜਿਹੜੇ 2 ਸਾਲ ਹੋ ਗਏ ਜਿਨ੍ਹਾਂ ਨੇ ਸੋਚਿਆ ਸੀ ਬਾਹਰ ਹੀ ਜਾਣਾ ਹੈ, ਆਸਟ੍ਰੇਲੀਆ ਨੇ 2 ਸਾਲ ਬੰਦ ਸੀਗਾ, ਕੈਨੇਡਾ ਬੰਦ ਸੀ, ਤਾਂ ਯੂਕੇ ਨੇ ਬਾਂਹ ਚ ਫੜੀ ਸੀ ਬੱਚਿਆਂ ਦੀ, ਤੇ ਅੱਜ ਵੀ ਯੂਕੇ ਬਹੁਤ ਵਧੀਆ ਸਪੋਰਟ ਕਰ ਰਿਹਾ ਹੈ। ਪਰ ਇਹ ਕ੍ਰਿਟਿਸਿਜ਼ਮ ਹੋਇਆ ਸੀ ਵੀ 2008 ਚ ਜਦੋਂ ਇੱਕਦਮ ਬੰਦ ਹੋਇਆ ਚੱਲ ਕੇ, ਤਾਂ ਉਹ ਕਹਿੰਦੇ ਐਤਕੀ ਵੀ ਇਹੀ ਹੋਊਗਾ ਕਿ ਯੂਕੇ ਖੁੱਲ ਜੂ ਤੇ ਇੱਕਦਮ ਰਾਤੋਂ ਰਾਤ ਹੀ। ਮੱਕੜ ਸਾਹਿਬ 2.5 ਸਾਲ ਹੋ ਗਏ ਹੁਣ ਖੁੱਲਿਆ, ਹਾਲੇ ਤੱਕ ਬੰਦ ਨਹੀਂ ਹੋਇਆ, ਕੋਈ ਕੰਪਲੇਂਟ ਨਹੀਂ ਆ ਰਹੀ। ਪਹਿਲਾਂ ਤਾਂ ਲੋਕੀ ਰਾਤ ਨੂੰ ਸੜਕਾਂ ਤੇ ਸੌਂਦੇ ਸੀ, ਹੁਣ ਉਹ ਵੀ ਨਹੀਂ ਕੋਈ ਸੋ ਰਿਹਾ। ਸੜਕਾਂ ਤੇ ਕਿਉਂ ਸੌਂਦੇ ਸੀ? ਉਦੋਂ ਫੀਸਾਂ ਏਜੰਟ ਨੇ ਭੇਜਦੇ ਸੀ, ਉੱਥੇ ਕਮਾਈ ਦਾ ਸਾਧਨ ਨਹੀਂ ਸੀਗੇ, ਵਰਕ ਪਰਮਿਟ ਨਹੀਂ ਮਿਲਦਾ ਸੀ। ਹੁਣ ਉਦੋਂ 2008 ਦੀ ਗੱਲ ਹੈ, ਹੁਣ ਵਰਕ ਪਰਮਿਟ ਮਿਲਦਾ ਜੀ, ਵਰਕ ਰਾਈਟਸ ਮਿਲਦੇ ਆ, ਨਾਲ ਦੀ ਨਾਲ ਕੰਮ ਉਦੋਂ ਕਰ ਨਹੀਂ ਸਕਦਾ। ਸੀਗਾ, ਉਦੋਂ ਚੀਜ਼ਾਂ ਨਹੀਂ ਸੀਗੀਆਂ। ਰਹੇ ਹਾਂਜੀ, ਉਦੋਂ ਲੋਕੀ ਸੜਕਾਂ ਤੇ ਸੌਂਦੇ ਰਹੇ, ਕਾਫੀ ਉਹ ਚੀਜ਼ਾਂ ਵਾਇਰਲ ਹੋਈਆਂ, ਤੇ ਹੁਣ ਸਾਰੀ ਫੈਸਿਲਿਟੀ ਹੈ। ਹੁਣ ਯੂਕੇ ਬੱਚੇ ਜਾ ਰਹੇ ਆ, ਆਪਣੀ ਮਰਜ਼ੀ ਨਾਲ ਜਾ ਰਹੇ ਆ, ਉੱਥੇ ਆ ਕੇ ਖੁਸ਼ ਹੈ। ਹੁਣ ਪੀਆਰ ਦੇ ਵਿੱਚ ਬੇਸ ਤੇ ਆ ਗਿਆ, ਪੀਆਰ ਵੀ ਬੱਚਿਆਂ ਨੂੰ ਮਿਲੂਗੀ ਆਉਣ ਵਾਲੇ ਟਾਈਮ 'ਚ, ਜੇ ਬੱਚੇ ਆਪਣੀ ਸਟੱਡੀ ਪੂਰੀ ਕਰਨਗੇ। ਇਹ ਹੈ ਕਿ ਹੁਣ ਪੀਆਰ ਦਾ ਨਹੀਂ, ਪੀਆਰ ਪੁਆਇੰਟ ਸ਼ੁਰੂ ਹੋ ਚੁੱਕੇ, ਲੇਕਿਨ 2 ਸਾਲ ਤੋਂ ਹਲੇ ਬੱਚਿਆਂ ਦੀ ਸਟੱਡੀ ਕੰਪਲੀਟ ਹੋਈ ਹੈ, ਕਿਉਂਕਿ ਹੁਣ 2 ਸਾਲ ਪਹਿਲਾਂ ਯੂਕੇ ਸ਼ੁਰੂ ਹੋਇਆ। ਹੁਣ ਜਿਹੜੇ ਬੱਚੇ ਗਏ ਆ ਹਲੇ ਉਹਨੇ ਸਟੱਡੀ ਕੰਪਲੀਟ ਹੋਈ ਹੈ ਰੀਸੈਂਟਲੀ, ਹੁਣ ਅੱਗੇ ਜੌਬ ਕਰਨਗੇ, ਫਿਰ ਉਹ ਪੀਆਰ ਦੇ ਪੁਆਇੰਟ ਲਾਣਗੇ, ਉਹ ਅਗਲੇ 3-4 ਸਾਲ ਦੇ ਬੱਚਿਆਂ ਨੂੰ ਪੀਆਰ ਮਿਲੂਗੀ। ਯੂਕੇ 'ਚ ਵੀ ਰਿਫਿਊਜ਼ਲਸ ਹੋ ਰਹੀ? ਯੂਕੇ ਦੇ ਵਿੱਚ ਰਿਫਿਊਜ਼ਲ ਨਹੀਂ ਹੋ ਰਹੀ, ਰਿਫਿਊਜ਼ਲ ਉਹਨਾਂ ਦੀ ਹੋ ਰਹੀ ਜਿਨ੍ਹਾਂ ਨੂੰ ਯੂਕੇ ਦੀ ਫਾਈਲ ਨਹੀਂ ਲਗਾਣੀ ਆਉਂਦੀ। ਯੂਕੇ ਦੇ ਵਿੱਚ ਕੀ ਹੈ ਜੀ, ਫੰਡ ਤੁਹਾਡੇ 28 ਦਿਨ ਪੁਰਾਣੇ ਚਾਹੀਦੇ ਆ। ਜੇ ਤੁਸੀਂ ਫੰਡ ਮਾਪਿਓ ਦੇ ਨਾਂ ਤੇ, ਫੰਡ ਜ਼ਰੂਰੀ ਹੈ ਇੱਥੇ, ਫੰਡ ਜ਼ਰੂਰੀ ਹੈ ਆਸਟ੍ਰੇਲੀਆ ਤਰ੍ਹਾਂ। ਬਿਲਕੁਲ ਬਿਲਕੁਲ। ਲੋਕੀ ਕੀ ਕਰਦੇ ਆ, ਫੰਡ ਨਹੀਂ ਰੱਖਦੇ ਜਾਂ ਫੇਕ ਫੰਡ ਰੱਖਦੇ, ਸੇਮ ਚੀਜ਼ ਯੂਕੇ ਦੇ ਵਿੱਚ ਹੁੰਦੀ ਹੈ, ਉਵੇਂ ਹੀ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ। ਆਸਟ੍ਰੇਲੀਆ ਯੂਕੇ ਗਵਰਨਮੈਂਟ ਨੇ ਆਪਣਾ ਇਹ ਸਟੈਟਸ ਦੱਸਿਆ ਸੀ, ਨਾਰਥ ਇੰਡੀਆ 'ਚ 92% ਤੋਂ ਵੱਧ ਵੀਜ਼ਾ ਦਿੱਤਾ ਉਹਨਾਂ ਨੇ ਪਿਛਲੇ ਸਾਲ। 92% ਤੋਂ ਵੱਧ ਵੀਜ਼ਾ ਦਿੱਤਾ, ਮਤਲਬ 100 ਚੋਂ 92 ਵੀਜ਼ੇ ਪੱਕੇ ਹੈ। ਹਾਂਜੀ, ਮਤਲਬ ਸਾਡੇ ਦਾ ਸੋਚ ਹੋਇਆ, ਉਹ ਮੇਰੇ ਖਿਆਲ ਆਪਣੇ ਵਾਲਿਆਂ ਦੀ ਗਲਤੀ ਕਰਕੇ ਜਿਨ੍ਹਾਂ ਨੂੰ ਫਾਈਲ ਨਹੀਂ ਲਗਾਣੀ ਆਉਂਦੀ ਸੀ, ਉਹ ਤਾਂ ਹੀ ਰਿਫਿਊਜ਼ ਕਰਾਤੇ, ਜਾਂ ਕਿਸੇ ਤੋਂ ਬੱਚੇ ਤੋਂ ਫੰਡਾਂ ਦੇ ਨਾਂ ਤੇ ਪੈਸੇ ਲੈ ਲਏ, ਉਹਦੇ ਫੰਡ ਨਹੀਂ ਰੱਖੇ ਤਾਂ ਰਿਫਿਊਜ਼ ਹੋ ਗਈ, ਜਾਂ ਕਿਸੇ ਨੇ ਫੇਕ ਡਾਕੂਮੈਂਟ ਲਗਾਤੇ। ਅਦਰਵਾਈਜ਼ ਜਦੋਂ ਤੁਸੀਂ ਸਹੀ ਡਾਕੂਮੈਂਟ ਨਹੀਂ ਹੈ ਫੰਡ, ਉਹਦੀ ਪੋਸਿਬਿਲਿਟੀ ਨਹੀਂ ਬਣਦੀ। ਨਹੀਂ, ਵੇਖੋ 28 ਦਿਨ ਪੁਰਾਣੇ ਆ ਜੀ, ਜੈਨੂਨ ਆਪਾਂ ਉਹਦੇ ਫੰਡ ਰਖਾਵਾਂਗੇ। 28 ਕਿੰਨੇ ਕੁ ਫੰਡਸ ਹੁੰਦੇ? ਫੰਡ ਇਹਦੇ ਚ 15 ਤੋਂ 18 ਲੱਖ ਰੁਪਏ ਫੰਡ ਹੁੰਦੇ ਆ ਜੀ, ਤੇ 15 ਤੋਂ 18 ਲੱਖ ਦੇ ਆਪਾਂ ਫੰਡ ਰਖਾ ਕੇ ਐਫਡੀ ਵੀ ਚੱਲ ਜਾਂਦੀ ਹੈ। ਸੇਵਿੰਗ ਜ਼ਿਆਦਾ ਰਿਕਮੈਂਡ ਕਰਦੇ ਆ ਜੀ, ਸੇਵਿੰਗ ਚ ਸਾਫ ਸੁਥਰਾ ਫੰਡ ਪਿਆ ਜੀ, ਬੱਚੇ ਨੂੰ ਦਿਖਦਾ ਰੋਜ਼ ਘਰੇ ਆ ਕੇ ਚੈੱਕ ਕਰ ਸਕਦਾ ਜੀ। ਅੱਜ ਆਪਾਂ ਫੋਰ ਐਗਜ਼ਾਮਪਲ ਕਿਸੇ ਬੈਂਕ 'ਚ ਖਾਤਾ ਖੁਲਾਤਾ, ਉਹ ਬੱਚੇ ਨੂੰ ਅਕਾਊਂਟ ਡਿਟੇਲ ਦੇਤੀ, ਉਹ ਘਰੇ ਆ ਕੇ ਰੋਜ਼ ਚੈੱਕ ਕਰੇ ਕਿ ਮੇਰੇ ਇੱਥੇ ਫੰਡ ਪਏ ਆ ਨਹੀਂ ਪਏ ਆ। ਮੈਂ ਮਿਸਾਲ ਦੇ ਤੌਰ ਤੇ ਅੱਜ ਆਪਣਾ ਖਾਤਾ ਖੁਲਾਉਣਾ ਔਰ ਮੈਂ ਉਹਦੇ 'ਚ 20 ਲੱਖ ਰੁਪਇਆ ਟ੍ਰਾਂਸਫਰ ਕਰਦਾ, ਬਿਲਕੁਲ ਜੀ 28 ਦਿਨ ਬਾਅਦ ਮੈਂ ਵੀਜ਼ਾ ਲਾਉਣਾ ਤਾਂ ਅਪਲਾਈ ਕਰਦਾ ਤਾਂ ਆ ਸਕਦਾ। ਹਾਂਜੀ ਹਾਂਜੀ, ਆਪਾਂ ਜਦੋਂ ਆਪਾਂ ਤੁਹਾਡੇ ਨਾਲ ਦੀ ਨਾਲ ਕੰਮ ਸ਼ੁਰੂ ਕਰਾ ਦੇਣਾ, ਜਦੋਂ ਤੁਹਾਡੇ 28 ਦਿਨ ਪੁਰਾਣੇ ਹੋ ਗਏ, ਆਪਾਂ ਉਸ ਤੋਂ ਤੁਹਾਡੀ ਫਾਈਲ ਲਗਾ ਦੇਣੀ ਹੈ। 15 ਤੋਂ 20 ਦਿਨ ਅੰਬੈਸੀ ਟਾਈਮ ਲੈ ਰਹੀ ਹੈ। ਅੰਬੈਸੀ ਵੀ ਪ੍ਰਾਇਰਟੀ ਸੁਪਰ ਪ੍ਰਾਇਰਟੀ 'ਚ ਫਾਈਲਾਂ ਦਾ ਰਿਜ਼ਲਟ ਦਿੰਦੀ ਹੈ, ਜਿੰਦੇ 5 ਦਿਨ ਦੇ ਵਿੱਚ ਰਿਜ਼ਲਟ ਆ ਜਾਂਦਾ ਹੈ। ਬਟ ਹੁਣ ਯੂਕਰੇਨ ਦੇ ਕਰਕੇ ਅੰਬੈਸੀ ਦਾ ਸਾਰਾ ਸਟਾਫ ਯੂਕਰੇਨ 'ਚ ਬਿਜ਼ੀ ਹੈ, ਉਹ ਪ੍ਰਾਇਰਟੀ ਦੇ ਫਾਈਲਾਂ ਨਹੀਂ ਲਗਾ ਰਹੇ। ਨਾਰਮਲ 15 ਤੋਂ 20 ਦਿਨ 'ਚ ਯੂਕੇ ਦਾ ਵੀਜ਼ਾ ਆ ਰਿਹਾ। ਤੁਹਾਡੇ ਕੰਮ ਤੇ ਯੂਕਰੇਨ ਰਸ਼ੀਆ ਵਾਰ ਦਾ? ਨਹੀਂ, ਕੰਮ ਤੇ ਕੋਈ ਫਰਕ ਨਹੀਂ ਪਿਆ ਜੀ, ਬਸ ਅੰਬੈਸੀ ਦਾ ਰਿਜ਼ਲਟ ਸਲੋ ਹੋਇਆ, 15-20 ਦਿਨ ਦਾ ਫਰਕ ਪੈ ਰਿਹਾ। ਜਿਹੜੇ ਰਿਜ਼ਲਟ ਪਹਿਲਾਂ ਪ੍ਰਾਇਰਟੀ ਫਾਈਲ 'ਚ 5 ਦਿਨ 'ਚ ਵੀਜ਼ਾ ਆਉਂਦਾ ਸੀ, ਹੁਣ 15 ਤੋਂ 20 ਦਿਨ ਦੇ ਵਿੱਚ ਵੀਜ਼ਾ ਆ ਰਿਹਾ। 5 ਦਿਨ 'ਚ ਵੀਜ਼ਾ ਸੀ, 15-20 ਦਿਨ ਲੱਗ ਰਿਹਾ। ਸਰਵਿਸ ਸੀਗੀ ਜੀ, ਪ੍ਰੀਮੀਅਮ ਸਰਵਿਸ ਸੀ, ਉਹਦੇ ਲਈ ਐਕਸਟਰਾ ਬੱਚੇ ਨੂੰ 20,000 ਰੁਪਏ ਦੇਣਾ ਪੈਂਦਾ ਸੀਗਾ, ਤੇ ਉਹਨਾਂ ਸਰਵਿਸ ਉਹਨਾਂ ਨੇ ਬੰਦ ਕੀਤੀ ਹੋਈ ਹੈ ਫੋਰ ਦਾ ਟਾਈਮਿੰਗ, ਕਿਉਂਕਿ ਉਹਨਾਂ ਕੋਲ ਸਟਾਫ ਸਾਰਾ ਯੂਕਰੇਨ ਦੇ ਪ੍ਰਾਇਰਟੀ ਤੇ ਉਹਨਾਂ ਨੇ ਦਿੱਤਾ ਹੈ। ਔਰ ਕੰਮ ਦੀ ਕੀ ਪੋਜੀਸ਼ਨ ਹੈ? ਕੈਨੇਡਾ ਆਸਟ੍ਰੇਲੀਆ ਦਾ ਬਹੁਤ ਡਿਸਕਸ ਹੋ ਜਾਂਦਾ ਹੈ। ਹੁਣ ਜਿਹੜੇ ਯੂਕੇ ਜਾ ਰਹੇ ਪੜ੍ਹਨ ਵਾਸਤੇ, ਉਹਨਾਂ ਨੂੰ ਵਰਕ ਪਰਮਿਟ ਜਾਂ ਉਹ ਕੰਮ ਮਿਲ ਜਾਂਦਾ? ਦੇਖੋ, ਕੰਮ ਬਹੁਤ ਮਿਲ ਰਿਹਾ ਜੀ, ਕਿਉਂਕਿ ਜਦੋਂ ਯੂਰਪ ਤੋਂ ਅਲੱਗ ਹੋਇਆ ਜੀ, ਕੰਮ ਉਹਨਾਂ ਨੂੰ ਆਲਰੇਡੀ ਬਹੁਤ ਸ਼ੋਰਟੇਜ ਹੈ। ਕਿਉਂ 92% ਵੀਜ਼ਾ ਦੇ ਰਿਹਾ? ਕਿਉਂਕਿ ਉਹਨਾਂ ਨੂੰ ਮੈਨ ਪਾਵਰ ਦੀ ਲੋੜ ਹੈ। ਬਾਕੀ ਗਵਰਨਮੈਂਟਸ ਦਾ ਸਟੈਟਸ ਦੇਖੋ, 60-70% ਤੋਂ ਵੱਧ ਵੀਜ਼ਾ ਨਹੀਂ ਹੈਗਾ। ਸਿਰਫ ਯੂਕੇ ਦਾ 92-94% ਵੀਜ਼ਾ। ਉਹਦਾ ਕਾਰਨ ਸਿਰਫ ਇਹੀ ਹੈ ਕਿ ਮੈਨ ਪਾਵਰ ਦੀ ਸ਼ੋਰਟੇਜ ਹੈ, ਇਸ ਕਰਕੇ ਉੱਥੇ ਵੀਜ਼ਾਸ ਮਿਲ ਰਹੇ। ਔਰ ਕਾਲਜਸ ਕੇ ਯੂਨੀਵਰਸਿਟੀਜ਼ ਵਿੱਚ, ਕਾਲਜ ਵਿੱਚ ਨਹੀਂ। ਜਿਹੜੇ ਇਹਨਾਂ ਦੀ ਪ੍ਰੋਪਰ ਟਾਇਰ 4 ਦੀ ਲਿਸਟ ਆਉਂਦੀ ਹੈ ਜੀ, ਜਿਹੜੇ ਉਹਦੇ ਗਿਣਤੀ ਦੇ 100-200 ਯੂਨੀਵਰਸਿਟੀਜ਼ ਹੈ, ਉਹਨਾਂ ਦੇ ਵਿੱਚੋਂ ਅਸੀਂ ਭੇਜਦੇ ਹਾਂ। ਮਤਲਬ ਮੇਨ ਕੰਸਰਨ ਉਹੀ ਹੈ। ਆਸਟ੍ਰੇਲੀਆ ਵਾਲਾ ਨਹੀਂ ਹੈ ਵੀ ਕਮਰੇ ਚ ਖੋਲ ਰੱਖੀਆਂ। ਆਸਟ੍ਰੇਲੀਆ ਦੇ ਵਿੱਚ ਵੇਖੋ ਮੱਕੜ ਸਾਹਿਬ, ਉਹਦੇ ਚ ਡਿਗਰੀ ਦੇ ਲੱਗ ਹੈ, ਜਿਹੜੇ ਕਮਰੇ ਵਾਲੇ ਉਹ ਡਿਪਲੋਮੇ ਵਾਲੇ ਕਾਲਜ ਹੈ। ਡਿਪਲੋਮੇ ਇੱਧਰ ਨਹੀਂ ਹੈ ਯੂਕੇ ਚ। ਹਾਂਜੀ, ਇੱਧਰ ਡਿਗਰੀ ਹੈ, ਇੱਧਰ ਘੱਟੋ ਘੱਟ ਤੁਹਾਨੂੰ ਡਿਗਰੀ ਵੀ ਜਾਣਾ ਵੀ ਜਾ ਸਕਦੇ ਨਾਲ, ਗ੍ਰੈਜੂਏਸ਼ਨ ਤੋਂ ਬਾਅਦ ਜਾ ਸਕਦੇ ਹੈ। ਹਾਂਜੀ, ਇਕੱਠੇ ਜਾ ਸਕਦੇ ਆ, ਵਿਦ ਬੇਬੀ ਜਾ ਸਕਦੇ ਆ। ਔਰ ਸਪਾਊਸ ਨੂੰ ਉੱਥੇ ਵਰਕ ਪਰਮਿਟ ਮਿਲਦਾ ਕੰਮ ਕਰਨ? ਹਾਂਜੀ ਹਾਂਜੀ, ਪਹਿਲੇ ਦਿਨ ਤੋਂ ਹੀ ਵਰਕ ਪਰਮਿਟ ਹੈ ਜੀ। 2 ਸਾਲ ਜੇ ਮਾਸਟਰ ਬੱਚੇ ਨੇ, ਮੇਨ ਐਪਲੀਕੈਂਟ ਨੇ ਸਟੱਡੀ ਕਰਨੀ ਹੈ, ਤਾਂ ਉਹਨੂੰ 2 ਸਾਲ ਦਾ ਵਰਕ ਪਰਮਿਟ ਹੈ। ਉਹ ਪਹਿਲੇ 2 ਹਾਂਜੀ ਕੰਮ ਕਰ ਸਕਦਾ। ਗੁਜ਼ਾਰਾ ਹੋ ਜਾਂਦਾ ਜੇ ਇੱਕ ਪੜ੍ਹ ਲੇ ਦੂਜਾ ਕੰਮ ਕਰ ਲੇ? ਬਹੁਤ ਵਧੀਆ ਖੁਸ਼ ਹੁੰਦੇ ਜੀ। ਇਕੱਲੇ ਬੱਚੇ ਲਈ ਥੋੜਾ ਟਫ ਹੋ ਜਾਂਦਾ ਜਦੋਂ ਮੀਆਂ ਬੀਬੀ ਜਾਂਦੇ ਆ ਜੀ। ਇੱਕ ਨੂੰ ਤਾਂ ਫੁੱਲ ਟਾਈਮ ਵਰਕ ਹੈ ਜੀ, ਉਹਨੇ 24 ਘੰਟੇ ਕੰਮ ਹੀ ਕਰਨਾ ਹੈ। ਪੌਂਡਾਂ 'ਚ ਕਮਾਣਾ, ਜਿੱਥੇ ਰੁਪਿਆ 'ਚ ਕਮਾਉਂਦਾ ਸੀ ਉੱਥੇ ਪੌਂਡਾਂ 'ਚ ਕਮਾਣਾ ਹੁੰਦਾ, ਤੇ ਇਸ ਕਰਕੇ ਵਧੀਆ ਪੈਸੇ ਖਰਚਾ ਵੀ ਕੈਨੇਡਾ ਸਾਹਿਬ ਪੌਂਡਾਂ 'ਚ ਹੀ ਹੁੰਦਾ। ਦੇਖੋ, ਖਰਚਾ ਪਰਿਵਾਰ ਦਾ ਇਕੱਠਾ ਹੀ ਹੁੰਦਾ ਜੀ, ਰੋਟੀ ਦਾ ਇਕੱਠੇ ਹੀ ਖਾਣੀ ਪਰਿਵਾਰ ਨੇ, ਕਿਰਾਇਆ ਤਾਂ ਇੱਕੋ ਕਮਰਾ ਰਹਿਣਾ, ਕੱਲਾ ਜਾ ਰਿਹਾ ਦੂਸਰਾ ਜਾ ਰਿਹਾ। ਜਿੱਥੇ ਇਕੱਲੀ ਰੋਟੀ ਵਾਲੇ ਵੀ ਹੁੰਦੇ, ਉਹਨਾਂ ਦਾ ਵੱਧ ਖਰਚਾ। ਉਹਨਾਂ ਲਈ ਦੇਖੋ, ਜਿਹੜੇ ਮਾਸਟਰ ਲਈ ਜਾ ਰਹੇ ਉਹਨਾਂ ਲਈ ਕੋਈ ਦਿੱਕਤ ਨਹੀਂ, ਕਿਉਂਕਿ 1 ਸਾਲ ਦੀ ਸਟੱਡੀ ਹੈ, 2 ਸਾਲ ਦਾ ਵਰਕ ਪਰਮਿਟ ਹੈ। ਜਿਹੜੇ +2 ਬੱਚੇ ਜਾ ਰਹੇ ਹੋ, ਉਹਨਾਂ ਲਈ ਥੋੜਾ ਸਟਰਗਲ ਜ਼ਿਆਦਾ, 3 ਸਾਲ ਦੀ ਪੜ੍ਹਾਈ ਕਰਨੀ ਪੈਂਦੀ ਹੈ। ਉੱਥੇ ਯੂਕੇ ਫੀਸਾਂ ਵੀ ਜ਼ਿਆਦੀਆਂ, 6 ਤੋਂ 7 ਲੱਖ ਰੁਪਏ 6 ਮਹੀਨੇ ਦੀ ਫੀਸ ਹੈ ਬੱਚੇ ਦੀ। ਜਿਹੜਾ ਬੱਚਾ +2 ਇਕੱਲਾ ਜਾ ਰਿਹਾ, ਉਹਦੇ ਲਈ ਥੋੜਾ ਸਰਵਾਈਵ ਕਰਨਾ ਟਫ ਹੈ। ਉਹ ਬੱਚੇ ਨੂੰ ਆਪਣੀ ਪਲੈਨਿੰਗ ਕਰਕੇ ਜਾਣੀ ਚਾਹੀਦੀ ਹੈ। ਜੇਕਰ ਗ੍ਰੈਜੂਏਸ਼ਨ ਤੋਂ ਬਾਅਦ ਜਾ ਰਹੇ ਹੋ, ਉੱਥੇ ਬੱਚਿਆਂ ਲਈ ਬਹੁਤ ਈਜ਼ੀ ਹੈ।
ਕੈਨੇਡਾ ਦੇ ਕੰਪੈਰੀਟਿਵਲੀ ਤੁਸੀਂ ਆਸਟ੍ਰੇਲੀਆ ਤੇ ਯੂਕੇ ਨੂੰ ਪ੍ਰੈਫਰ ਕਿਉਂ ਕਰ ਰਹੇ ਹੋ? ਦੇਖੋ ਕੈਨੇਡਾ ਦੇ ਇਸ ਟਾਈਮ ਕੀ ਐਮਬੈਸੀ 7 ਬੈਂਡ ਆ, ਸ਼ਿਓਰਟੀ ਨਹੀਂ ਵੀਜ਼ਾ ਆਊ ਕਿ ਨਹੀਂ ਆਊ। ਆਸਟ੍ਰੇਲੀਆ ਪ੍ਰੋਫਾਈਲ ਦੇ ਅਕੋਰਡਿੰਗ ਜੇ ਤੁਹਾਡੇ 6.5 ਨੋਲਰ 6 ਹੈ ਤਾਂ 100 ਚੋਂ 99 ਵੀਜ਼ੇ ਲੱਗ ਰਹੇ ਆ। ਜੇਕਰ ਤੁਹਾਡੇ ਕੈਨੇਡਾ 'ਚ 6.5 ਨੋਲਰ 6 ਹੈ ਤਾਂ ਐ ਨਹੀਂ ਪਤਾ ਕਿਹੜੇ ਅਫਸਰ ਨੇ ਵੀਜ਼ਾ ਦੇਣਾ ਕਿਹੜੇ ਨੇ ਨਹੀਂ ਦੇਣਾ। ਉਹ ਵਧੀਆ ਪ੍ਰੋਫਾਈਲ ਵਾਲਾ ਬੱਚਾ ਵੀ 6 ਵਾਰੀ ਰਿਫਿਊਜ਼ ਕਰਾ ਕੇ 7ਵੀਂ ਵਾਰੀ ਫਿਰ ਫਾਈਲ ਲਾ ਰਿਹਾ ਮੇਰਾ ਕਦੋਂ ਕੈਨੇਡਾ ਵੀਜ਼ਾ ਆਊਗਾ। ਬੱਚੇ ਨੂੰ ਵੀ ਨਹੀਂ ਪਤਾ, ਕਿਸੇ ਏਜੰਟ ਨੂੰ ਨਹੀਂ ਪਤਾ। ਇਸ ਟਾਈਮ ਕੈਨੇਡਾ ਫਾਈਲ ਲਾਟਰੀ ਲੱਗੀ ਹੋਈ ਹੈ। ਇਹਦੀ ਆਸਟ੍ਰੇਲੀਆ ਦੀ ਤੇ ਯੂਕੇ ਦੀ ਜੇ ਤੁਹਾਡੇ ਕੋਲੇ ਆਈ ਹੈ ਤਾਂ ਪ੍ਰੋਬੇਬਿਲਿਟੀ ਆਫ ਵੀਜ਼ਾ ਕੀ ਹੈ? ਅਸੀਂ ਜਿਹੜੀ ਪ੍ਰੋਫਾਈਲ ਫੜ ਰਹੇ ਹਾਂ ਜੀ, ਸਾਡੀ ਕੰਪਨੀ ਸਕਸੈਸ ਰੇਟ 90% ਤੋਂ ਵੱਧ ਹੈ ਜੀ। ਜਵਾਬ ਦੇ ਦਿੰਦੇ ਹੋ ਜੇ ਕਿਸੇ ਦੀ ਫਾਈਲ ਠੀਕ ਨਹੀਂ ਹੈ? ਦੇਖੋ ਅਸੀਂ ਪੈਸਾ ਲਾਣਾ, ਅਸੀਂ ਬੱਚੇ ਦੇ 8 ਤੋਂ 10 ਲੱਖ ਰੁਪਏ ਇਨਵੈਸਟ ਕਰਨਾ, ਜਿੰਦੇ ਸਾਨੂੰ ਲੱਗਦਾ ਨਹੀਂ ਵੀਜ਼ਾ ਆਣਾ ਅਸੀਂ ਨਹੀਂ ਫੜਦੇ। ਲੇਕਿਨ ਐਲੀਜੀਬਿਲਟੀ ਐ ਨਹੀਂ ਕਿ ਅਸੀਂ ਨਹੀਂ ਫੜਦੇ। ਅਸੀਂ ਮੋਸਟ ਆਫ ਦਾ ਬੱਚੇ ਜਿਹੜੇ ਰੀਸੈਂਟ ਪਾਸ ਆਊਟ ਹੈ ਜੋ ਅਸੀਂ ਦੱਸਦੇ ਜਿਹੜੇ ਅਸੀਂ ਕੇਸ ਫੜ ਲਏ 10 ਤੋਂ 9 ਵੀਜ਼ੇ ਆਉਂਦੇ ਆ। ਚੰਗੀ ਪ੍ਰੋਫਾਈਲ ਕਿਹਨੂੰ ਮੰਨਦੇ ਹੋ? ਚੰਗੀ ਪ੍ਰੋਫਾਈਲ ਅਸੀਂ +2 ਵਾਲਾ ਬੱਚਾ 6 ਨੋਲਰ 5.5 2020-21 ਪਾਸ ਆਊਟ, ਉਹ ਬੱਚਾ ਆਸਟ੍ਰੇਲੀਆ ਯੂਕੇ ਜਾ ਸਕਦਾ ਹੈ। ਜੇਕਰ ਗ੍ਰੈਜੂਏਸ਼ਨ ਕੀਤੇ ਨੂੰ 10 ਤੋਂ 15 ਸਾਲ ਦਾ ਗੈਪ ਪੈ ਚੁੱਕਾ ਹੈ, 6.5 ਨੋਲਰ 6 ਬੈਂਡ ਹੈ, ਉਹ ਬੱਚਾ ਆਸਟ੍ਰੇਲੀਆ ਯੂਕੇ ਜਾ ਸਕਦਾ ਹੈ। 5.5 ਜੇ ਕਿਸੇ ਮੋਡਿਊਲ ਚ ਹੋ ਗਿਆ ਉਹ ਚੱਲ ਜਾਊਗਾ, ਵੀਜ਼ਾ ਆ ਜਾਂਦਾ। ਉਹ ਹਾਂਜੀ ਓਵਰਆਲ ਸਾਨੂੰ 6.5 1 ਚੋਂ 5.5 ਚਾਹੀਦੇ ਆ। ਇਹ ਮਤਲਬ 6 ਬੈਂਡ ਤੇ ਅਸੀਂ +2 ਵਾਲਾ ਬੱਚਾ ਚਲਾ ਜਾਂਦਾ, ਗ੍ਰੈਜੂਏਸ਼ਨ ਵਾਲੇ ਬੱਚੇ ਲਈ 6.5 ਬੈਂਡ ਚਾਹੀਦੇ। ਆਸਟ੍ਰੇਲੀਆ ਦੇ ਵਰਕ ਪਰਮਿਟ ਦੀ ਅੱਜਕੱਲ ਚਰਚਾ ਹੋ ਰਹੀ ਹੈ, ਤੁਸੀਂ ਉਹਦੇ ਚ ਡੀਲ ਨਹੀਂ ਕਰਦੇ? ਦੇਖੋ ਉਹਦੇ ਚ ਮੈਂ ਉਹੀ ਕਹੂੰਗਾ ਜੀ, ਗੱਲ ਤਾਂ ਉਹਨਾਂ ਲਈ ਹੈ ਜਿਨ੍ਹਾਂ ਨੇ ਪੈਸੇ ਕਮਾਣੇ ਆ। ਕਿਸੇ ਤੋਂ 50,000 ਲੈ ਲਿਆ, 20,000 ਲੈ ਲਿਆ। ਅਸੀਂ ਜੋ ਜੇਬ ਚੋਂ ਪੈਸੇ ਲਾਣੇ ਆ ਤਾਂ ਉਹਦੀ ਸਕਸੈਸ ਰੇਟ ਬਹੁਤ ਘੱਟ ਹੈ। ਵਰਕ ਹੋਲੀਡੇ ਵੀਜ਼ਾ ਦੇ ਹਾਲੇ ਰਿਜ਼ਲਟ ਨਹੀਂ ਆ ਰਹੇ ਵਧੀਆ, ਜਾਂ ਫਾਈਲਾਂ ਨਹੀਂ ਲੱਗੀਆਂ, ਜਸਟ ਹੁਣੇ ਰੀਸੈਂਟਲੀ ਓਪਨ ਹੋਇਆ। ਲੇਕਿਨ ਅਸੀਂ ਜ਼ਿਆਦਾ ਰਿਕਮੈਂਡ ਨਹੀਂ ਕਰਦੇ ਕਿਉਂਕਿ ਜੇ ਵੀਜ਼ਾ ਨਾ ਲੱਗਿਆ ਬੱਚੇ ਦਾ 2-4 ਲੱਖ ਰੁਪਏ ਖਰਾਬ ਹੋ ਜਾਊਗਾ। ਹਾਂਜੀ, ਫੰਡਾਂ ਦੇ ਨਾਂ ਤੇ ਕਿਸੇ ਨੇ ਪੈਸੇ ਲੈ ਲੈਣੇ ਆ, ਕਿਸੇ ਨੇ ਐਕਸਪੀਰੀਅੰਸ ਦੇ ਨਾਂ ਤੇ ਲੈ ਲੈਣੇ ਆ, ਕਿਸੇ ਨੇ ਆਪਣੀ ਪ੍ਰੋਸੈਸਿੰਗ ਫੀਸ ਲੈ ਲੈਣੀ ਹੈ। ਜੇ ਕੰਮ ਬਣ ਗਿਆ ਤਾਂ ਚੰਗੀ ਗੱਲ ਹੈ, ਜਿੰਦਾ ਨਹੀਂ ਬਣਿਆ ਉਹ 3-4 ਲੱਖ ਰੁਪਏ ਖਰਾਬ ਕਰਾ ਲੂ। ਇੱਕ ਵਾਰੀ ਆਸਟ੍ਰੇਲੀਆ ਉਹਦੇ ਤੇ ਰਿਫਿਊਜ਼ ਹੋ ਗਿਆ, ਫਿਰ ਉਹਨੇ ਸਟੂਡੈਂਟ ਵੀਜ਼ੇ ਤੇ ਵੀਜ਼ਾ ਲੈਣ 'ਚ ਵੀ ਦਿੱਕਤ ਆਊਗੀ ਉਹਨੂੰ। ਬਿਲਕੁਲ, ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ। ਔਰ ਜੇ ਤੁਸੀਂ ਦਰਸ਼ਕਾਂ ਦੇ ਨਾਲ ਕੋਈ ਸਾਂਝਾ ਕਰਨਾ ਚਾਹੁੰਦੇ ਹੋ ਜਾਂਦੇ ਹੋਏ ਤਾਂ? ਮੈਂ ਤਾਂ ਇਹ ਕਹੂੰਗਾ ਜੀ ਤੁਸੀਂ ਆਪਣੇ ਏਜੰਟ ਦੀ ਚੋਣ ਕਰਕੇ ਲਾਓ, ਕਿਉਂਕਿ ਮੈਂ ਨਹੀਂ ਕਹਿੰਦਾ ਮੇਰੇ ਕੋਲ ਲਾਓ, ਤੁਸੀਂ ਹੋਰ ਕੰਸਲਟੈਂਟ ਦੀ ਚੋਣ ਕਰੋ, ਲੇਕਿਨ ਇੱਕ ਵਧੀਆ ਚੋਣ ਕਰੋ। ਤੁਸੀਂ ਆਪ ਪੜ੍ਹਾਈ ਕੀਤੀ, ਆਈਐਲਟਸ ਦਾ ਸਕੋਰ ਇੰਨਾ ਵਧੀਆ ਲਿੱਤਾ ਤਾਂ ਇਸ ਕਰਕੇ ਜਿਹੜੇ ਉਹਨੇ ਵੀਜ਼ਾ ਲਵਾਇਆ ਉਹਦੇ ਫੇਸਬੁੱਕ ਤੇ ਪੇਜ ਦੇਖੋ, ਉਹਦੇ ਆਫਿਸ ਵਿਜ਼ਿਟ ਕਰੋ, ਉਸ ਤੋਂ ਬਾਅਦ ਆਪਣੀ ਫਾਈਲ ਤੁਸੀਂ ਇੱਕ ਵਧੀਆ ਹੱਥਾਂ ਵਿੱਚ ਦਿਓ। ਬਹੁਤ ਧੰਨਵਾਦ ਕਾਲੜਾ ਸਾਹਿਬ ਸਮਾਂ ਦੇਣ ਵਾਸਤੇ। ਔਰ ਜੇਕਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਜਿਹੜੀ ਸਾਡੇ ਬੈਂਡ ਚੱਲ ਰਿਹਾ, ਤੁਸੀਂ ਫੁੱਟਰ ਬੈਂਡ ਦੇ ਉੱਤੇ ਨੰਬਰ ਔਰ ਸਮਾਰਟ ਸਟੱਡੀ ਨੂੰ ਜਾਣਦੇ ਹੀ ਹੋ ਤੁਸੀਂ, ਔਰ ਲੁਧਿਆਣਾ ਦੇ ਵਿੱਚ ਕਦੇ ਵੀ ਇਹਨਾਂ ਨਾਲ ਮੁਲਾਕਾਤ ਕਰ ਸਕਦੇ ਹੋ। ਸਾਫ਼ ਸੁਥਰੀ ਕੰਮ ਦੇ ਵਿੱਚ ਯਕੀਨ ਰੱਖੋ ਔਰ ਕਿਸੇ ਦੇ ਗਲਤ ਪ੍ਰਭਾਵ ਦੇ ਵਿੱਚ ਨਾ ਹੋ। ਇਜਾਜ਼ਤ ਦਿਓ, ਧੰਨਵਾਦ।